ਹੈਲੋ ਸਟੂਡੈਂਟਸ, ਵੈਲਕਮ ਟੂ ਮੈਥਸ ਮਾਸਟਰ। ਜੇ ਤੁਸੀਂ ਪੀਐਸਟੈਟ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਚੈਨਲ ਤੇ ਪਹੁੰਚੇ ਹੋ। ਇਸ ਤੇ ਤੁਹਾਨੂੰ ਬਹੁਤ ਸਾਰਾ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਇਸ ਤੇ ਤੁਹਾਨੂੰ ਅਸੀਂ ਪ੍ਰੀਵੀਅਸ ਈਅਰ ਵਾਲੇ ਕੁਐਸਚਨਸ ਵੀ ਪ੍ਰੋਵਾਈਡ ਕਰਵਾਉਂਦੇ ਹਾਂ, ਜਿਸ ਦਾ ਜੋ ਅੱਜ ਆਪਣਾ ਟੌਪਿਕ ਹੈ ਉਹ ਉਹੀ ਹੈ ਕਿ ਆਪਾਂ ਅੱਜ ਸੀਡੀਪੀ ਦੇ ਕੁਐਸਚਨਸ ਕਰਾਂਗੇ ਜੋ ਕਿ ਪ੍ਰੀਵੀਅਸ ਈਅਰ ਵਾਲੇ ਕੁਐਸਚਨਸ ਨੇ ਤੇ ਇੰਪੋਰਟੈਂਟ ਵੀ ਨੇ। ਤਾਂ ਕਿੱਦਾਂ ਹੈ ਆਪਣਾ ਫਸਟ ਕੁਐਸਚਨ ਕੀ ਹੈ? when a teacher is assessing students in a classroom, which of the following as an objective is avoided considering it is an authentic test? Means ਕੀ ਆ ਜਦ ਇੱਕ ਅਧਿਆਪਕ ਇੱਕ ਮਿੰਟ ਕੀ ਹੈ ਆਪਾਂ ਇੱਥੋਂ ਕਰ ਲਈਏ। ਓਕੇ, ਕੀ ਹੈ ਫਸਟ ਕੁਐਸਚਨ ਆਪਣਾ? ਜਦ ਇੱਕ ਅਧਿਆਪਕ ਬੱਚਿਆਂ ਨੂੰ ਜਮਾਤ ਵਿੱਚ ਅੰਕਲਨ ਕਰ ਰਿਹਾ ਹੁੰਦਾ ਹੈ, ਜਾਣੇ ਕੀ ਕਰ ਰਿਹਾ ਹੁੰਦਾ? ਅਸੈਸ ਕਰ ਰਿਹਾ ਹੁੰਦਾ ਬੱਚਿਆਂ ਨੂੰ। ਇਹਨਾਂ ਵਿੱਚੋਂ ਕਿਹੜਾ ਉਦੇਸ਼ ਉਸ ਦੇ ਵਿਸ਼ਵਾਸਯੋਗ ਨਜ਼ਰਅੰਦਾਜ਼ ਕੀਤਾ ਜਾਂਦਾ ਹੈ? ਮੀਨਸ ਇਸ ਵਿੱਚੋਂ ਜਿਹੜੀਆਂ ਆਪਸ਼ਨਸ ਨੇ ਆਪਣੇ ਕੋਲ ਗਿਵਨ, ਇਸ 'ਚ ਕਿਹੜੀ ਇੱਦਾਂ ਦੀ ਆਪਸ਼ਨ ਹੈ ਜਿਹਨੂੰ ਕੁਛ ਹੱਦ ਤੱਕ ਆਪਾਂ ਅਵੋਇਡ ਕਰ ਸਕਦੇ ਹਾਂ। ਓਕੇ, ਤਾਂ ਕੀ ਆਪਾਂ ਚੱਲਦੇ ਹਾਂ ਆਪਣੀ ਫਸਟ ਆਪਸ਼ਨ ਤੇ। ਬੱਚਿਆਂ ਨੂੰ ਉਹਨਾਂ ਦੀ ਪੇਸ਼ਕਾਰੀ ਦੀ ਜਾਣਕਾਰੀ ਦੇਣਾ, ਜਾਣੇ ਕਿ ਫੀਡਬੈਕ ਦੇਣਾ, ਜੋ ਕਿ ਜ਼ਰੂਰੀ ਹੈ। ਬੱਚਿਆਂ ਨੂੰ ਫੀਡਬੈਕ ਮਿਲੇਗੀ ਤਾਂ ਹੀ ਉਹਨਾਂ ਨੂੰ ਪਤਾ ਚੱਲੇਗਾ ਕਿ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ। ਠੀਕ ਹੈ, ਇਹਨੂੰ ਤਾਂ ਆਪਾਂ ਅਵੋਇਡ ਨਹੀਂ ਕਰ ਸਕਦੇ। ਉਹਨਾਂ ਦੀ ਪਰਫੋਰਮੈਂਸ ਰਿਲੇਟਡ ਉਹਨਾਂ ਨੂੰ ਫੀਡਬੈਕ ਦੇਣਾ। ਓਕੇ, ਇਹ ਤਾਂ ਜ਼ਰੂਰੀ ਪਾਰਟ ਹੈ। ਨੈਕਸਟ ਕੀ ਹੈ? ਬੱਚਿਆਂ ਦੀ ਆਦਤ ਅਤੇ ਪ੍ਰਦਰਸ਼ਨਾਂ ਦੀ ਸੂਚੀ ਬਾਰੇ ਅੰਕਲਨ ਕਰਨਾ, ਜਾਣੇ ਕਿ ਉਹਨਾਂ ਦੀਆਂ ਹੈਬਿਟਸ ਐਂਡ ਪ੍ਰਾਇੋਰਟੀਜ਼ ਨੇ, ਉਹਨਾਂ ਨੂੰ ਅਸੈਸ ਕਰਨਾ। ਓਕੇ, ਇਹ ਵੀ ਜ਼ਰੂਰੀ ਹੈ। ਨੈਕਸਟ ਕੀ ਹੈ? ਫਾਲਤੂ ਅਤੇ ਬੱਚਿਆਂ ਵਿੱਚ ਜੋ ਹੀਨ ਭਾਵਨਾ ਹੁੰਦੀ ਹੈ, ਹੀਨ ਭਾਵਨਾ ਵਾਲੀ ਤੁਲਨਾ ਨੂੰ ਘੱਟ ਕਰਨਾ ਚਾਹੀਦਾ ਹੈ। ਓਕੇ, ਤਾਂ ਇਹ ਵੀ ਇੱਕ ਜ਼ਰੂਰੀ ਹੈ ਕਿ ਉਹਨਾਂ 'ਚ ਹੀਨ ਭਾਵਨਾ ਬਿਲਕੁਲ ਨਹੀਂ ਹੋਣੀ ਚਾਹੀਦੀ। ਜੋ ਵੀ ਕਲਾਸ ਸਟੂਡੈਂਟਸ ਨੇ ਤਾਂ ਇਹਨੂੰ ਵੀ ਆਪਾਂ ਅਵੋਇਡ ਨਹੀਂ ਕਰ ਸਕਦੇ, ਕੋਈ ਵੀ ਟੀਚਰ ਇਸ ਨੂੰ ਅਵੋਇਡ ਨਹੀਂ ਕਰ ਸਕਦਾ। ਨੈਕਸਟ ਦੇਖਦੇ ਹਾਂ, ਇਕੱਲ ਅਭਿਰੁਚੀ, ਯਾਦ ਕਰਨ ਦੇ ਤਰੀਕਿਆਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੀਦਾ। ਇਸ ਨੂੰ ਆਪਾਂ ਕੁਛ ਹੱਦ ਤੱਕ ਕਰ ਸਕਦੇ ਹਾਂ ਅਵੋਇਡ। ਤੋਂ ਆਪਣਾ ਡੀ ਆਨਸਰ ਆ ਜਿਹੜਾ ਉਹ ਬਿਲਕੁਲ ਕਰੈਕਟ ਆ, ਜਾਣੇ ਕਿ ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਉਹ ਆਪਣੀ ਆਪਸ਼ਨ ਡੀ ਹੈ। ਬਾਕੀਆਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਹ ਇੱਕ ਜ਼ਰੂਰੀ ਪਾਰਟ ਹੈ ਜਿਹਨੂੰ ਅਸੈਸ ਕਰਨਾ ਚਾਹੀਦਾ ਹੈ ਕਲਾਸ ਦੇ ਵਿੱਚ। ਓਕੇ, ਤਾਂ ਨੈਕਸਟ ਕੁਐਸਚਨ, ਸੈਕੰਡ ਕੁਐਸਚਨ ਕੀ ਹੈ ਆਪਣਾ? ਜਦ ਵੀ ਤੁਸੀਂ ਇੱਕ ਬਹੁਭਾਂਤੀ ਚੋਣ ਵਾਲਾ ਪ੍ਰਸ਼ਨ ਬਣਾ ਰਹੇ ਹੁੰਦੇ ਹੋ, ਗਲਤ ਉੱਤਰ ਇੱਕ ਚੁਣਾਵ ਵਾਂਗੂ ਸਹੀ ਉੱਤਰ ਨਾਲ ਆਉਂਦੇ ਹਨ। ਇਹਨਾਂ ਗਲਤ ਜਵਾਬਾਂ ਨੂੰ ਤੁਸੀਂ ਕੀ ਕਹੋਗੇ? ਮੀਨਸ ਕੀ ਹੈ? whenever you are making a multiple choice question, wrong answer are offered as choice with the correct answer. These wrong answers are known as, means ਕੀ ਆ? ਜਦੋਂ ਵੀ ਆਪਣੇ ਕੋਲ MCQs ਆਉਂਦੇ ਆ, ਮਲਟੀਪਲ ਚੋਇਸ ਕੁਐਸਚਨ ਆਉਂਦੇ ਆ ਜਿਨ੍ਹਾਂ ਵਿੱਚ ਆਪਾਂ ਨੂੰ ਆਪਸ਼ਨਸ ਗਿਵਨ ਹੁੰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਇੱਕ ਜਿਹੜੀ ਆਪਸ਼ਨ ਹੁੰਦੀ ਆ ਉਹ ਬਿਲਕੁਲ ਸਹੀ ਹੁੰਦੀ ਹੈ ਤੇ ਬਾਕੀ ਹੁੰਦੀਆਂ ਜਿਹੜੀਆਂ ਰੋਂਗ ਆਪਸ਼ਨਸ ਹੁੰਦੀਆਂ ਨੇ। ਓਕੇ, ਤੇ ਉਹਨਾਂ ਨੇ ਉਹ ਜੋ ਦਿੱਤੀਆਂ ਹੁੰਦੀਆਂ ਨੇ ਰੋਂਗ ਆਪਸ਼ਨਸ, ਉਹਨਾਂ ਨੂੰ ਆਪਾਂ ਕੀ ਕਹਾਂਗੇ? ਫਸਟ ਆਪਸ਼ਨ ਕੀ ਆ ਆਪਣੀ? ਧਿਆਨ ਹਟਾਉਣ ਵਾਲੇ। ਨੈਕਸਟ ਹੈਗੀ ਆ ਮੂਲ ਰੂਪ, ਪੋਰਟਫੋਲੀਓ, ਮੁਲਾਂਕਣ ਬਿੰਦੂ। ਓਕੇ, ਤਾਂ ਕੀ ਆਏਗਾ ਜੋ ਆਪਣਾ ਸਹੀ ਆਪਸ਼ਨ ਆ? ਫਸਟ ਏ ਆਪਸ਼ਨ, ਜਿਹੜਾ ਏ ਆਪਸ਼ਨ ਆ ਆਪਣਾ ਧਿਆਨ ਹਟਾਉਣ ਵਾਲੇ, ਜਾਣੇ ਕਿ ਡਿਸਟਰੈਕਟਰਸ ਕਹਾਂਗੇ ਉਹਨਾਂ ਨੂੰ ਆਪਾਂ। ਠੀਕ ਹੈ, ਉਹ ਆਪਾਂ ਨੂੰ ਡਿਸਟਰੈਕਟ ਕਰਨ ਲਈ ਪਾਏ ਜਾਂਦੇ ਆ। ਕਿ ਆਪਾਂ ਕਈ ਵਾਰੀ ਆਪਾਂ ਕੀ ਕਰਦੇ ਆ, ਸਹੀ ਦੀ ਬਜਾਏ, ਬਿਕਾਜ਼ ਉਹ ਥੋੜੇ ਮੈਚ ਹੁੰਦੇ ਆ, ਸੇਮ ਪਾਉਂਦੇ ਆ ਉਹ। ਠੀਕ ਹੈ, ਤੇ ਜ਼ਿਆਦਾ ਉਹਨਾਂ 'ਚ ਡਿਫਰੈਂਸ ਨਹੀਂ ਹੁੰਦਾ ਕਈ ਵਾਰ। ਠੀਕ ਹੈ, ਤਾਂ ਆਪਾਂ ਉਹਨਾਂ ਨਾਲ ਡਿਸਟਰੈਕਟ ਹੋ ਜਾਂਦੇ ਹਾਂ, ਜਿਸ ਕਰਕੇ ਆਪਾਂ ਸਮਟਾਈਮ ਕੀ ਕਰਦੇ ਹਾਂ, ਰੋਂਗ ਆਨਸਰ ਤੇ ਟਿਕ ਕਰ ਲਾਉਂਦੇ ਹਾਂ। ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ? ਧਿਆਨ ਹਟਾਉਣ ਵਾਲੇ। ਓਕੇ, ਇਹ ਆਪਣਾ ਸਹੀ ਜਵਾਬ ਹੈ ਬਿਲਕੁਲ। ਥਰਡ ਕੁਐਸਚਨ, the basic idea of inquiry learning involves following elements, means ਕੀ ਆ? ਕਿਸੇ ਬਾਰੇ ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਦਾ ਇਹਨਾਂ ਵਿੱਚੋਂ ਕਿਹੜੇ ਤੱਤਾਂ ਵਿੱਚ ਜੁੜਿਆ ਹੈ? ਮੀਨਸ ਕੀ ਆ? ਕਿਸੇ ਚੀਜ਼ ਬਾਰੇ ਜਾਣਕਾਰੀ ਜਾਂ ਆਪਾਂ ਖੋਜ ਕਰਨੀ ਆ, ਓਕੇ, ਤਾਂ ਉਹਦਾ ਕਿਹੜੇ ਤੱਤ ਨੇ ਜਿਨ੍ਹਾਂ ਦਾ ਪ੍ਰਭਾਵ ਪੈਂਦਾ ਜਾਂ ਜਿਹੜਾ ਆਪਾਂ ਕਰਦੇ ਹਾਂ। ਓਕੇ, ਤਾਂ ਨੈਕਸਟ ਕੀ ਹੈ ਆਪਣੇ ਕੋਲ? ਆਪਸ਼ਨਸ ਨੇ ਪਰਿਕਲਪਨਾ, ਨਿਸ਼ਕਰਸ਼ ਇਕੱਠੇ ਕਰਨਾ, ਬਿਨਾਂ ਪ੍ਰਭਾਵ ਦੁਆਰਾ ਪਰਖ। ਪਰਿਕਲਪਨਾ ਕਰਨੀ ਕਿਸੇ ਚੀਜ਼ ਦੀ, ਨਿਸ਼ਕਰਸ਼ ਇਕੱਠੇ ਕਰਨਾ, ਬਿਨਾਂ ਪ੍ਰਭਾਵ ਦੁਆਰਾ ਪਰਖ। ਸੈਕਿੰਡ ਹੈਗੀ ਆ ਪ੍ਰਾਪਤ ਅੰਕੜੇ ਇਕੱਠੇ ਕਰਨਾ, ਨਿਸ਼ਕਰਸ਼ ਇਕੱਠੇ, ਬਿਨਾਂ ਕਿਸੇ ਪ੍ਰਭਾਵ ਦੁਆਰਾ ਪਰਖ ਇਕੱਠੀ ਕਰਨਾ। ਲਾਸਟ ਸੀ ਹੈਗਾ ਆਪਣਾ ਪਰਿਕਲਪਨਾ, ਨਿਸ਼ਕਰਸ਼ ਬਣਾਉਣਾ, ਬਿਨਾਂ ਕਿਸੇ ਪ੍ਰਭਾਵ ਦੁਆਰਾ ਪਰਖ। ਡੀ ਹੈਗਾ ਆਪਣਾ ਪਰਿਕਲਪਨਾ, ਅੰਕੜੇ ਇਕੱਠੇ ਕਰਨਾ ਤੇ ਨਿਸ਼ਕਰਸ਼ ਬਣਾਉਣਾ, ਅਸਲੀ ਸਮੱਸਿਆ ਵੇਖਣਾ। ਹੁਣ ਤੁਸੀਂ ਦੇਖੋ ਇੱਥੇ ਫਸਟ ਕੀ ਹੈ ਆਪਣਾ? ਕੋਈ ਵੀ ਚੀਜ਼ ਆ, ਕਿਸੇ ਵੀ ਚੀਜ਼ ਬਾਰੇ ਆਪਾਂ ਜਦੋਂ ਖੋਜ ਕਰਨੀ ਆ ਜਾਂ ਕੁਝ ਵੀ ਕਰਨਾ ਆ, ਡਾਟਾ ਕਲੈਕਟ ਕਰਨਾ ਆਪਾਂ,
ਉਹਦੇ ਬਾਰੇ ਆਪਾਂ ਕੀ ਆ, ਜਿੱਦਾਂ ਆਪਾਂ ਕੋਈ ਸਾਇੰਟਿਸਟ ਲੈ ਸਕਦੇ ਹਾਂ, ਠੀਕ ਹੈ, ਉਹ ਕੋਈ ਖੋਜ ਕਰਦਾ ਆ ਤਾਂ ਉਹ ਕੀ ਕਰੇਗਾ, ਫਾਰਮੂਲੇਟ ਕਰੇਗਾ ਹਾਈਪੋਥੀਸਿਸ, ਫਿਰ ਉਹਦਾ ਕੀ ਕਰੇਗਾ, ਡਾਟਾ ਕਲੈਕਟ ਕਰੇਗਾ। ਨੈਕਸਟ ਕੀ ਆਏਗਾ, ਡਰਾ ਕਨਕਲੂਜਨ ਬਣਾਏਗਾ ਉਹਦਾ, ਠੀਕ ਹੈ। ਨੈਕਸਟ ਕੀ ਆਏਗਾ, ਰਿਫਲੈਕਟ ਔਨ ਓਰੀਜਨਲ ਪ੍ਰੋਬਲਮ, ਤਾਂ ਹੀ ਉਹ ਕਿਸੇ ਓਰੀਜਨਲ ਪ੍ਰੋਬਲਮ ਤੇ ਪਹੁੰਚੇਗਾ ਜੇ ਉਹਦੇ ਕੋਲੇ ਪਰਿਕਲਪਨਾ ਹੋਏਗੀ, ਅੰਕੜੇ ਹੋਣਗੇ ਤੇ ਉਸਦਾ ਕਨਕਲੂਜਨ ਹੋਏਗਾ, ਤਾਂ ਹੀ ਉਹਨੂੰ ਅਸਲੀ ਸਮੱਸਿਆ ਦਾ ਪਤਾ ਚੱਲੇਗਾ ਨਾ। ਤਾਂ ਇਹਦੇ ਵਿੱਚ ਜੋ ਫਸਟ ਸੈਕਿੰਡ ਥਰਡ ਆਪਣੀਆਂ ਫਸਟ 3 ਆਪਸ਼ਨਸ ਨੇ, ਇਹਦੇ ਵਿੱਚ ਕੀ ਕਿਹਾ ਗਿਆ, ਬਿਨਾਂ ਪ੍ਰਭਾਵ ਦੁਆਰਾ ਪਰਖ, ਜੋ ਕਿ ਬਿਲਕੁਲ ਨਹੀਂ ਹੋ ਸਕਦਾ, ਠੀਕ ਹੈ। ਜਾਨੇ ਕਿ ਐਕਸੈਪਟ ਰਿਵਿਊ ਵਿਦਾਊਟ ਰਿਫਲੈਕਸ਼ਨ, ਇਹ ਆਪਣਾ ਬਿਲਕੁਲ ਰੋਂਗ ਹੈ। ਸੈਕਿੰਡ ਦੇ ਵਿੱਚ ਵੀ ਇਦਾਂ ਹੀ ਦਿੱਤਾ, ਬਿਨਾਂ ਕਿਸੇ ਪ੍ਰਭਾਵ ਦੁਆਰਾ ਪਰਖ, ਕਿਸੇ ਪ੍ਰਭਾਵ ਤੋਂ ਬਿਨਾਂ ਆਪਾਂ ਪਰਖ ਨਹੀਂ ਕਰ ਸਕਦੇ। ਮੀਨਸ ਉਹਦੇ ਲਈ ਆਪਾਂ ਨੂੰ ਕੁਛ ਨਾ ਕੁਛ ਕਨਕਲੂਜਨ ਕੱਢਣਾ ਪਏਗਾ, ਤਾਂ ਹੀ ਆਪਾਂ ਕਿਸੇ ਦਾ ਨਿਸ਼ਕਰਸ਼ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਕੀ ਆਏਗਾ, ਸੀ ਦੇ ਵਿੱਚ ਕੀ ਆਏਗਾ, ਬਿਨਾਂ ਕਿਸੇ ਪ੍ਰਭਾਵ ਦੁਆਰਾ ਪਰਖ। ਸੋ ਇਹ 3 ਨੇ ਜਿਹੜੀਆਂ ਆਪਸ਼ਨਸ, ਇਹ ਤਾਂ ਇੱਥੋਂ ਹੀ ਰੋਂਗ ਹੋ ਜਾਂਦੀਆਂ ਨੇ। ਲਾਸਟ ਕੀ ਆਪਣਾ ਪਰਿਕਲਪਨਾ, ਫਾਰਮੂਲੇਟ ਹਾਈਪੋਥੀਸਿਸ, ਕਲੈਕਟ ਡਰਾ ਕਨਕਲੂਜਨ, ਰਿਫਲੈਕਟ ਔਨ ਓਰੀਜਨਲ ਪ੍ਰੋਬਲਮ। ਮੀਨਸ ਤਾਂ ਹੀ ਆਪਾਂ ਰਿਫਲੈਕਟ ਕਰਾਂਗੇ ਕਿਸੇ ਓਰੀਜਨਲ ਪ੍ਰੋਬਲਮ ਨੂੰ ਜੇਕਰ ਉਸਦੀ ਪਹਿਲਾਂ ਆਪਾਂ ਪਰਿਕਲਪਨਾ ਕਰਾਂਗੇ, ਫਿਰ ਉਸਦੇ ਦੁਆਰਾ ਆਪਾਂ ਨੂੰ ਅੰਕੜੇ ਚਾਹੀਦੇ ਹੋਣਗੇ, ਇਕੱਠੇ ਕਰਨੇ ਪੈਣਗੇ, ਦੈਨ ਉਸਦਾ ਆਪਾਂ ਨੂੰ ਕਨਕਲੂਜਨ ਕਰਨਾ ਪਏਗਾ, ਦੈਨ ਹੀ ਆਪਾਂ ਅਸਲੀ ਸਮੱਸਿਆ ਨੂੰ ਵੇਖ ਸਕਦੇ ਹਾਂ। ਓਕੇ, ਆਪਸ਼ਨ ਡੀ ਹੈ ਜੋ ਆਪਣਾ ਬਿਲਕੁਲ ਕਰੈਕਟ ਹੈ। ਨੈਕਸਟ ਚੱਲਦੇ ਹਾਂ ਕੁਐਸਚਨ ਨੰਬਰ 4। ਇਸ ਸਮੇਂ ਵਿੱਚ ਜਿਹੜੀ ਅਵਸਥਾ ਹੈ ਉਹ ਸੈਕਸ ਬਾਰੇ ਦੁਆਰਾ ਜਗਾਉਣ ਦੀ ਹੈ। ਅੱਜ ਕੱਲ੍ਹ ਸੈਕਸ ਦਾ ਮਜ਼ਾ ਹੁਣ ਪਰਿਵਾਰ ਤੋਂ ਬਾਹਰ ਬਣ ਚੁੱਕਿਆ ਹੈ। ਇਹ ਅਵਸਥਾ ਫਰਾਇਡਸ ਦੀ ਸਾਈਕੋਸੈਕਸ਼ੂਅਲ ਥਿਊਰੀ ਵਿੱਚ ਕੀ ਹੈ, ਜਾਣੇ ਕਿ ਦਿਸ ਸਟੇਜ ਇਜ਼ ਦਾ ਟਾਈਮ ਆਫ ਸੈਕਸ਼ੂਅਲ ਰੀਅਵੇਕਿੰਗ, the source of sexual pleasure now becomes someone outside the family. The stage in Freud's psychosexual theory is this. ਤਾਂ ਆਪਣੇ ਕੋਲ 4 ਆਪਸ਼ਨਸ ਨੇ, ਕਿਹੜੀ ਉਹਨੇ ਥਿਊਰੀ ਦਿੱਤੀ ਆ ਜਿਸ ਵਿੱਚ ਇਸ ਨੂੰ ਕੀ ਕਿਹਾ ਗਿਆ ਹੈ। ਓਕੇ, ਲੈਂਗਿਕ, ਗੁਦਾ ਸੰਬੰਧੀ, ਲੈਟੈਂਸੀ, ਵਿਸ਼ਾਣੂਗਤ। ਤਾਂ ਆਪਸ਼ਨ ਨੰਬਰ ਜੋ ਡੀ ਹੈ, ਆਪਸ਼ਨ ਨੰਬਰ ਡੀ ਇੱਥੇ ਬਿਲਕੁਲ ਕਰੈਕਟ ਹੈ, ਜਿਸਨੂੰ ਅਸੀਂ ਵਿਸ਼ਾਣੂਗਤ ਜਾਣੇ ਕਿ ਜੈਨੀਟਲ ਕਹਾਂਗੇ। ਓਕੇ, ਆਪਸ਼ਨ ਨੰਬਰ ਡੀ ਇਜ਼ ਕਰੈਕਟ। ਇਹਨਾਂ ਵਿੱਚੋਂ ਕਿਹੜਾ ਉਪਯੋਗੀ ਵਿਅਕਤੀਗਤ ਬੁੱਧੀਮਤਾ ਦੀ ਪਰਖ ਨੂੰ ਵਿਕਸਿਤ ਬਣਾਉਣ ਵਾਲਾ ਵਿਅਕਤੀ ਕੌਣ ਸੀ? ਪਹਿਲਾਂ ਓਕੇ, ਸਭ ਤੋਂ ਪਹਿਲਾਂ ਕਿਹਨੇ ਇਹਨੂੰ ਬਣਾਇਆ? ਤਾਂ ਕੀ ਆਏਗਾ, ਨੈਕਸਟ ਕੀ ਹੈ, ਦ ਪਰਸਨ ਰਿਸਪੋਂਸਿਬਲ ਫॉर ਡਿਵੈਲਪਮੈਂਟ ਐਂਡ ਡਿਜ਼ਾਈਨ ਫॉर द फर्स्ट यूजफुल इंडिविजुअल टेस्ट ऑफ इंटैलिजेंस। जो इंडिविजुअल टेस्ट ऑफ इंटैलिजेंस आ वो किने दिता है पहला। ओके, 4 ऑप्शंस ने अपने कोल, फ्राइड, ब्रूनर, बिनेट एंड पियाजी। तो की आएगा ऑप्शन नंबर सी जेड़ा अपना है बिनेट, वो अपना बिल्कुल सही है। जाने कि फर्स्ट यूजफुल इंडिविजुअल टेस्ट ऑफ इंटैलिजेंस किने दिता है? बिनेट ने। ओके, रोजाना जमात विच जिन्ने भी घट देखण योग्यता वाले बच्चे हुंदे हन, उन्हां दी काम करन विच मदद लई खास चीज़ां अते रणनीतियां इन्हां विचों की शामिल करना चाहिदा है? जाने कि स्पैशल मटीरियल, इक्विपमेंट एंड स्ट्रैटजीज that specifically help students with low vision to function in regular classroom include। means ਜਿਹੜੇ ਬੱਚਿਆਂ ਨੂੰ ਘੱਟ ਦਿਖਾਈ ਦਿੰਦਾ ਆ ਉਹਨਾਂ ਦੀ ਕੰਮ ਕਰਨ ਵਿੱਚ ਮਦਦ ਲਈ ਖਾਸ ਚੀਜ਼ਾਂ ਤੇ ਰਣਨੀਤੀਆਂ ਦਾ ਯੂਜ਼ ਕੀਤਾ ਜਾਂਦਾ ਹੈ। ਤਾਂ ਜਿਹੜੀਆਂ ਆਪਸ਼ਨਸ ਨੇ ਇਹਨਾਂ ਵਿੱਚੋਂ ਦੇਖਾਂਗੇ ਕਿਹੜੀ ਉਹਨਾਂ ਦੇ ਲਈ ਬੈਸਟ ਆਪਸ਼ਨ ਹੈਗੀ। ਓਕੇ, ਫਸਟ ਕੀ ਆ, ਵੱਡੇ ਪ੍ਰਿੰਟ ਵਾਲੀ ਟਾਈਪਿੰਗ ਮਸ਼ੀਨ, ਲਾਰਜ ਪ੍ਰਿੰਟ ਟਾਈਪਰਾਈਟਰ। ਨੈਕਸਟ ਕੀ ਹੈਗਾ ਆ, ਚਿੰਨ੍ਹਾਂ ਦੀ ਭਾਸ਼ਾ ਦਾ ਉਪਯੋਗ ਕਰਨਾ, ਜਾਨੇ ਕਿ ਯੂਜ਼ ਆਫ ਸਾਈਨ ਲੈਂਗੁਏਜ। ਨੈਕਸਟ ਹੈਗਾ ਉਂਗਲੀਆਂ ਵਾਲੇ ਅੱਖਰ, ਫਿੰਗਰ ਸਪੈਲਿੰਗ। ਨੈਕਸਟ ਹੈਗਾ ਆਪਣਾ ਦੇਖਣਯੋਗ ਨੁਕਤੇ ਦਾ ਇਸਤੇਮਾਲ ਕਰਨਾ, ਜਾਨੇ ਕਿ ਯੂਜ਼ ਵਿਜ਼ੂਅਲ ਕੀਜ਼ ਐਜ਼ ਆਫਨ ਐਜ਼ ਪੋਸੀਬਲ। ਤਾਂ ਆਪਾਂ ਪਹਿਲਾਂ ਕੀ ਆਪਸ਼ਨ ਆ ਇੱਥੇ ਆਪਣੇ ਕੋਲ ਕੀ ਹੈ ਕਿ ਉਹਨਾਂ ਨੂੰ ਦੇਖਣ, ਵਿਜ਼ੂਅਲ ਪ੍ਰੋਬਲਮ ਤਾਂ ਉਹਨਾਂ ਨੂੰ ਪਹਿਲਾਂ ਹੀ ਹੈ, ਦੇਖਣ 'ਚ ਤਾਂ ਉਹਨਾਂ ਨੂੰ ਪਹਿਲਾਂ ਹੀ ਪ੍ਰੋਬਲਮ ਆ। ਤਾਂ ਦੇਖਣਯੋਗ ਜਿਹੜਾ ਆਪਣਾ ਆ ਇਹਨੂੰ ਤਾਂ ਆਪਾਂ ਬਿਲਕੁਲ ਹੀ ਨਾ ਕਰਾਂਗੇ, ਬਿਕੋਜ਼ ਉਹਨੂੰ ਦੇਖ ਹੀ ਨਹੀਂ ਸਕਦੇ, ਤਾਂ ਆਪਾਂ ਦੇਖਣਯੋਗ ਏਡਸ ਦਾ ਇਸਤੇਮਾਲ ਨਹੀਂ ਕਰ ਸਕਦੇ ਉੱਥੇ, ਠੀਕ ਹੈ। ਨੈਕਸਟ ਰਿਹਾ ਚਿੰਨ੍ਹਾਂ ਦੀ ਭਾਸ਼ਾ ਦਾ ਪ੍ਰਯੋਗ। ਓਕੇ, ਤਾਂ ਇਹ ਕੀ ਆ, ਯੂਜ਼ ਸਾਈਨ ਲੈਂਗੁਏਜ। ਜਦੋਂ ਦੇਖ ਹੀ ਨਹੀਂ ਸਕਦੇ ਤਾਂ ਉਹ ਸਾਈਨ ਲੈਂਗੁਏਜ ਕਿੱਦਾਂ ਦੇਖਣਗੇ, ਇਹ ਵੀ ਆਪਣਾ ਆਪਸ਼ਨ ਚਲਾ ਜਾਂਦਾ ਆ। ਓਕੇ, ਨੈਕਸਟ ਕੀ ਰਿਹਾ ਆ,
ਵੱਡੇ ਪ੍ਰਿੰਟ ਵਾਲੀ ਟਾਈਪਿੰਗ ਮਸ਼ੀਨ ਐਂਡ ਉਂਗਲੀਆਂ ਵਾਲੇ ਅੱਖਰ। ਤਾਂ ਆਪਾਂ ਕੀ ਕਰਨਾ ਹੁੰਦਾ, ਬੈਸਟ ਚੂਜ਼ ਕਰਨਾ ਹੁੰਦਾ। ਓਕੇ, ਆਪਸ਼ਨ ਈ ਆ ਜਿਹੜਾ ਲਾਰਜ ਪ੍ਰਿੰਟ ਟਾਈਪਰਾਈਟਰ, ਜਾਨੇ ਕਿ ਆਪਸ਼ਨ ਏ ਆਪਣਾ ਸਹੀ ਆ, ਜਿਹਦਾ ਇੱਥੇ ਇਸਤੇਮਾਲ ਕੀਤਾ ਜਾਏਗਾ ਜਿਹਨਾਂ ਨੂੰ ਵਿਜ਼ੂਅਲ ਜਾਨੇ ਕਿ ਦੇਖਣ ਵਿੱਚ ਪ੍ਰੋਬਲਮ ਹੈਗੀ ਆ। ਓਕੇ, ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਿੱਧਾ ਸਮਾਵੇਸ਼ ਦੀ ਨੀਤੀ ਨਾਲ ਸੰਬੰਧਿਤ ਨਹੀਂ ਹੈ? ਹੁਣ ਧਿਆਨ ਰੱਖਣਾ ਨਹੀਂ। ਓਕੇ, ਕਈ ਵਾਰੀ ਇਹੀ ਤੁਹਾਡਾ ਨਹੀਂ ਆ ਜਿਹੜਾ 1 ਨੰਬਰ ਖਾ ਜਾਂਦਾ ਆ। ਆਪਾਂ ਸਮਝਦੇ ਹਾਂ ਕਿਹੜਾ ਹੈ। ਓਕੇ, ਧਿਆਨ ਰੱਖਣਾ ਕਿੱਥੇ ਆਪਾਂ ਨੂੰ ਨੋਟ ਦਿੱਤਾ ਆ, ਤਾਂ ਉਸ ਚੀਜ਼ ਦਾ ਧਿਆਨ ਰੱਖਣਾ। ਵਿਚ ਆਫ ਦ ਫੋਲੋਇੰਗ ਇਜ਼ ਨॉट ਡਾਇਰੈਕਟਲੀ ਐਸੋਸੀਏਟਿਡ ਵਿਦ ਪੋਲਿਸੀ ਆਫ ਇਨਕਲੂਜਨ। ਓਕੇ, ਤਾਂ ਆਪਸ਼ਨਸ ਗਿਵਨ ਨੇ ਆਪਣੇ ਕੋਲੇ ਸਲਾਮੈਨਕਾ ਸਟੇਟਮੈਂਟ ਐਂਡ ਫਰੇਮਵਰਕ ਫॉर ਐਜੂਕੇਸ਼ਨ, ਨੈਕਸਟ ਹੈਗੀ ਆ ਕੋਇਟੋ ਪ੍ਰੋਟੋਕੋਲ, ਨੈਕਸਟ ਹੈਗੀ ਆ ਵਿਵਾਕੋ ਮਿਲੇਨੀਅਮ ਫਰੇਮਵਰਕ, ਆਪਣਾ ਟਾਰਗੇਟ ਔਨ ਐਜੂਕੇਸ਼ਨ ਇਨ ਦਾ ਸੈਕਿੰਡ ਏਸ਼ੀਅਨ ਐਂਡ ਪੋਜ਼ਿਟਿਵ ਡਿਕੇਟ ਆਫ ਡਿਸੇਬਲਡ ਪਰਸਨਸ, ਯੋਗ ਲੋਕਾਂ ਦੀ ਵਿਦਿਆ ਉੱਤੇ ਕੇਂਦਰਿਤ ਹੈ। ਨੈਕਸਟ ਹੈਗਾ ਸਭ ਦੇ ਲਈ ਸਿੱਖਿਆ ਤੇ ਕਾਰਵਾਈ ਵਾਸਤੇ ਡਿਕਾਰ ਫਰੇਮਵਰਕ ਫॉर ऑल। ਤਾਂ ਕਿਹੜੀ ਆਪਸ਼ਨ, ਇੱਕ ਚੀਜ਼ ਦਾ ਧਿਆਨ ਰੱਖਣਾ ਆ, ਕਈ ਬੱਚੇ ਕੀ ਕਰਦੇ ਆ ਕਿ ਜਿਹੜਾ ਬਿਗ ਆਪਸ਼ਨ ਆ ਕਿ ਸਭ ਤੋਂ ਬੜੀ ਲਿਖੀ ਆ ਸਟੇਟਮੈਂਟ ਇਹੀ ਆਪਣਾ ਆਨਸਰ ਆ। ਠੀਕ ਹੈ, ਹੁਣ ਉਹ ਗੱਲਾਂ ਨਹੀਂ ਰਹੀਆਂ, ਮੀਨਸ ਉਹ ਉਸਨੂੰ ਹੀ ਆਨਸਰ ਨਹੀਂ ਮੰਨ ਲੈਣਾ ਜੋ ਬੜੀ ਸਟੇਟਮੈਂਟ ਦਿੱਤੀ ਆ ਉਹਨਾਂ ਨੇ। ਠੀਕ ਹੈ, ਜੋ ਆਪਣੀ ਆਪਸ਼ਨ ਵੱਡੀ ਹੈ। ਤਾਂ ਸਾਰਾ ਦੇਖਣਾ ਹੈ ਚੰਗੀ ਤਰ੍ਹਾਂ, ਜਿਹੜੀ ਪੋਜ਼ਿਟਿਵ ਹੈ ਤੇ ਸਹੀ ਆ ਉੱਥੇ ਹੀ ਤੁਸੀਂ ਸਹੀ ਟਿਕ ਲਗਾ ਕੇ ਆਉਣਾ। ਓਕੇ, ਤਾਂ ਜੋ ਇਹਦਾ ਆਪਸ਼ਨ ਨੰਬਰ ਬੀ ਹੈ ਜਿਹੜੀ ਕੋਇਟੋ ਪ੍ਰੋਟੋਕੋਲ, ਜਾਨੇ ਕਿ ਕੋਇਟੋ ਪ੍ਰੋਟੋਕੋਲ ਹੈ ਜਿਹੜਾ ਉਹੀ ਆਪਣਾ ਆਨਸਰ ਇੱਥੇ ਸਹੀ ਹੈ। ਆਪਸ਼ਨ ਨੰਬਰ ਬੀ ਇਜ਼ ਕਰੈਕਟ। ਇਜ਼ ਨॉट ਪੁੱਛਿਆ ਨਾ, ਨॉट ਦੀ ਗੱਲ ਕਰੀ ਆ, ਤਾਂ ਕੋਇਟੋ ਪ੍ਰੋਟੋਕੋਲ ਦੀ ਤਾਂ ਉਹਨਾਂ ਨੇ ਗੱਲ ਹੀ ਨਹੀਂ ਕਰੀ ਹੈਗੀ ਇੱਥੇ। ਠੀਕ ਹੈ, ਤਾਂ ਇਹ ਆਪਾਂ ਨੇ ਕਦੇ ਸੁਣੀ ਨਹੀਂ ਕੀ ਹੈ ਇਹ, ਤਾਂ ਇਹ ਜਿਹੜਾ ਬੀ ਆਪਸ਼ਨ ਆ ਉਹ ਆਪਣਾ ਬਿਲਕੁਲ ਸਹੀ ਹੈ। ਡੈਸ਼ ਇਹ ਇੱਕ ਜਨਮਜਾਤ ਆਪਣੇ ਆਪ ਜਵਾਬ ਦੇਣ ਵਾਲਾ ਇੱਕ ਖਾਸ ਉਤੇਜਨਾ ਦੀ ਅਵਸਥਾ ਹੈ। ਤਾਂ ਇਹਨੂੰ ਕੀ ਕਹਾਂਗੇ, ਮੀਨਸ ਅ ਡੈਸ਼ ਇਨ ਐਨ ਇਨਬੋਰਨ ਆਟੋਮੈਟਿਕ ਰਿਸਪੌਂਸ ਟੂ ਅ ਪਰਟੀਕੂਲਰ ਫਾਰਮ ਆਫ ਸਟਿਮੂਲੇਸ਼ਨ। ਠੀਕ ਹੈ, ਇਹ ਕਿਹੜੀ ਇੱਦਾਂ ਦੀ ਅਵਸਥਾ ਹੈ ਜਿਹੜੀ ਆਪਣੇ ਆਪ ਵਿੱਚ ਜਵਾਬ ਦੇਣ ਵਾਲੀ ਐਂਡ ਇੱਕ ਖਾਸ ਉਤੇਜਨਾ ਦੀ ਅਵਸਥਾ ਹੈ, ਉਹਨੂੰ ਕੀ ਕਹਾਂਗੇ ਆਪਾਂ, ਲਚੀਲਾਪਨ, ਕੰਡੀਸ਼ਨਿੰਗ, ਪਲਟਿਆ ਹੋਇਆ, ਕਾਬੂ ਕਰਨ ਦਾ ਵਿਕਾਰ। ਓਕੇ, ਕਿਹੜੀ ਆਪਸ਼ਨ ਆਪਣੀ ਇੱਥੇ ਸਹੀ ਹੈ? ਆਪਸ਼ਨ ਨੰਬਰ ਸੀ ਇਜ਼ ਬਿਲਕੁਲ ਕਰੈਕਟ, ਜਾਨੇ ਕਿ ਰਿਫਲੈਕਸ ਪਲਟਿਆ ਹੋਇਆ। ਓਕੇ, ਪਲਟਿਆ ਹੋਇਆ ਰਿਫਲੈਕਸ ਆਪਣੇ ਆਪ ਵਿੱਚ ਇੱਕ ਏਦਾਂ ਦੀ ਅਵਸਥਾ ਹੈ ਜਿਹੜੀ ਆਪਣੇ ਆਪ ਜਵਾਬ ਦੇ ਅਤੇ ਉਤੇਜਨਾ ਦੀ ਅਵਸਥਾ ਹੈ। ਓਕੇ, ਆਪਸ਼ਨ ਸੀ ਇਜ਼ ਕਰੈਕਟ। ਡੈਸ਼ ਅਨੁਕੂਲਨ ਬਹੁਤ ਛੋਟੇ ਬੱਚੇ ਇਸ ਹਿਸਾਬ ਨਾਲ ਵਰਤਾਓ ਅਤੇ ਚੱਲਣਾ ਵਾਤਾਵਰਣ ਵਿੱਚ ਸਿੱਖਦੇ ਹਨ ਅਤੇ ਇੱਕ ਉਤੇਜਨਾ ਜਿਹੜੀ ਉਹਨਾਂ ਦਾ ਪਿੱਛਾ ਕਰਦੀ ਹੈ ਉਹ ਇਸ ਸੰਭਾਵਨਾ ਨੂੰ ਬਦਲ ਦਿੰਦੀ ਹੈ ਕਿ ਉਹਨਾਂ ਦਾ ਉਹੀ ਵਰਤਾਓ ਫਿਰ ਤੋਂ ਦੁਬਾਰਾ ਹੋਵੇਗਾ, ਜਾਨੇ ਕਿ ਇਨ ਡੈਸ਼ ਕੰਡੀਸ਼ਨਿੰਗ ਇਨਫੈਂਟਸ ਐਕਟ or operate on the environment and stimuli that follow their behavior change the probability that the behavior will occur again। means ਕੀ ਹੈ, ਇੱਦਾਂ ਦੀ ਕਿਹੜੀ ਪਰਿਸਥਿਤੀ ਹੈ ਜਿਹਨੂੰ ਆਪਾਂ ਇੱਥੇ ਕਹਾਂਗੇ ਅਨੁਕੂਲਨ ਬਹੁਤ ਛੋਟੇ ਬੱਚੇ, ਇਸ ਹਿਸਾਬ ਨਾਲ ਛੋਟੇ ਬੱਚੇ ਜਿਹੜੇ ਉਹ ਕਿਸ ਹਿਸਾਬ ਨਾਲ ਵਰਤਾਓ ਕਰਦੇ ਨੇ, ਕਿੱਦਾਂ ਉਹ ਚੱਲਣਾ ਸਿੱਖਦੇ ਨੇ ਵਾਤਾਵਰਨ ਦੇ ਹਿਸਾਬ ਨਾਲ। ਓਕੇ, ਤਾਂ ਇਹ ਚੱਲਦੀ ਰਹਿੰਦੀ ਹੈ ਪਰਿਸਥਿਤੀ ਅਤੇ ਇੱਕ ਉਤੇਜਨਾ ਆਉਂਦੀ ਹੈ ਜਿਹੜੀ ਉਹਨਾਂ ਦਾ ਪਿੱਛਾ ਕਰਦੀ ਹੈ ਤੇ ਉਸ ਸੰਭਾਵਨਾ ਨੂੰ ਹੌਲੀ ਹੌਲੀ ਬਦਲ ਦਿੰਦੀ ਹੈ। ਤਾਂ ਬੱਚੇ ਬਦਲ ਜਾਂਦੇ ਆ। ਓਕੇ, ਉਹਨਾਂ ਦਾ ਬਿਹੇਵੀਅਰ ਚੇਂਜ ਹੋ ਜਾਂਦਾ, ਸਾਰਾ ਕੁਝ ਚੇਂਜ ਹੋ ਜਾਂਦਾ ਆ ਕਿ ਉਹਨਾਂ ਦਾ ਉਹੀ ਵਰਤਾਓ ਫਿਰ ਤੋਂ ਦੁਬਾਰਾ ਹੋਵੇਗਾ। ਇਹ ਦੇਖਣਾ, ਇਹਨੂੰ ਆਪਾਂ ਕੀ ਕਹਾਂਗੇ। ਕੀ ਆਪਸ਼ਨਸ ਨੇ ਆਪਣੇ ਕੋਲੇ, ਸਫੂਰਤੀ ਜਾਨੇ ਕਿ ਕਿਰਿਆਸ਼ੀਲਤਾ, ਆਪਰੈਂਟ, ਨੈਕਸਟ ਹੈਗੀ ਆ ਕਲਾਸਿਕਲ ਪਾਰੰਪਰਿਕ, ਨੈਕਸਟ ਹੈਗੀ ਆ ਰਿਟੈਂਸ਼ਨ ਜਾਨੇ ਕਿ ਰੋਕ ਰੱਖਣਾ, ਨੈਕਸਟ ਹੈਗੀ ਆ ਸਜ਼ਾ ਪੁਨਿਸ਼ ਕਰਨਾ। ਸਭ ਤੋਂ ਪਹਿਲਾਂ ਜਿਹੜੀ ਪੁਨਿਸ਼ਮੈਂਟ ਆਪਸ਼ਨ ਡੀ ਆ, ਇਹਨੂੰ ਆਪਾਂ ਇਹ ਆਪਣੇ ਲਈ ਬਿਲਕੁਲ ਹੀ ਨੈਗੇਟਿਵ ਮੰਨੀ ਜਾਂਦੀ ਹੈ ਇਸ ਵਿੱਚ। ਠੀਕ ਹੈ, ਇਸ ਨੂੰ ਆਪਾਂ ਕਦੇ ਵੀ ਚੂਜ਼ ਨਹੀਂ ਕਰਦੇ, ਜਾਨੇ ਕਿ ਇਹ ਆਪਣੀ ਨੈਗੇਟਿਵ ਹੈ ਇੱਕ ਆਪਸ਼ਨ, ਇਹਨੂੰ ਆਪਾਂ
नहीं चूज करना हुंदा। नैक्सट हैगी है रोक रखना। रोक रखना ये भी अपनी एक नैगेटिव ही है, किसी रिटेंशन करना ये भी रॉन्ग है। ओके नैक्सट की हैगी है क्रियाशीलता ते क्लासिकल। क्लासिकल अपनी होगी ते क्रियाशीलता। क्रियाशीलता चलती रहनी चाहिए है तां ही ਉਹਦੇ ਵਿੱਚ चेंजिस ਆਉਣਗੀਆਂ। ਜੇ क्रियाशीलता होएगी ऑपरेंट होएगा, ऑपरेंट कंडीशनिंग होएगी ਤਾਂ ਹੀ ਬੱਚਾ ਹੈ ਜਿਹੜਾ ਉਹ ਅੱਗੇ ਅੱਗੇ ਇਨਵਾਇਰਨਮੈਂਟ ਦੇ ਅਕੋਰਡਿੰਗ ਚੇਂਜ ਹੁੰਦਾ ਜਾਏਗਾ। ਠੀਕ ਹੈ ਉਹਦੀਆਂ ਕਿਰਿਆਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਜਾਨੇ ਕਿ ਆਪਸ਼ਨ ਨੰਬਰ ਏ ਆਪਣਾ ਬਿਲਕੁਲ ਕਰੈਕਟ ਹੈ। ਆਪਰੈਂਟ ਆਪਸ਼ਨ ਇਜ਼ ਕਰੈਕਟ। ਹੇਠਾਂ ਲਿਖਿਆਂ ਵਿੱਚੋਂ ਕਿਹੜੇ ਦੋ ਪਿਆਜੇ ਦੇ ਸਿੱਖਣ ਦੇ ਸਿਧਾਂਤ ਦੇ ਫਾਰਮਲ ਆਪਰੇਸ਼ਨਲ ਦੇ ਦੋ ਮਹੱਤਵਪੂਰਨ ਚਿੰਨ੍ਹ ਹਨ। ਓਕੇ ਜਾਨੇ ਕਿ ਵਿਚ ਆਫ ਦ ਫੋਲੋਇੰਗ ਆਰ to measure features of Piaget's formal operational stage of cognitive theory। cognitive theory किने दिते सी पियाजे ने। ओके क्वेश्चन आंदा है कि cognitive theory किदी है, किनियां स्टेजेस ने, ਤਾਂ ਇਹਦੇ ਰਿਲੇਟਡ ਦੇ ਬਹੁਤ ਸਾਰੇ ਕੁਐਸਚਨਸ ਆਉਂਦੇ ਆ। ਤਾਂ ਥਿਊਰੀ ਨੂੰ ਇੱਕ ਵਾਰੀ ਤੁਸੀਂ ਜ਼ਰੂਰ ਪੜ੍ਹਨਾ ਆ। ਇਹਦੇ ਰਿਲੇਟਡ ਤੁਹਾਨੂੰ 2 ਤੋਂ 3 ਕੁਐਸਚਨ ਹਰ ਵਾਰ ਆਉਂਦੇ ਆ। ਓਕੇ ਬਹੁਤ ਹੀ ਇੰਪੋਰਟੈਂਟ ਥਿਊਰੀ ਹੈ ਪਿਆਜੇ ਦੀ। ਨੈਕਸਟ ਆਪਸ਼ਨਸ ਦੇਖਦੇ ਆ ਕਿਹੜੇ ਇਹਦੇ ਦੋ ਪਿਆਜੇ ਦੇ ਸਿੱਖਣ ਦੇ ਸਿਧਾਂਤ ਕਿਹੜੇ ਨੇ, ਕਿਹੜੇ ਮਹੱਤਵਪੂਰਨ ਚਿੰਨ੍ਹ ਨੇ। ਫਸਟ ਹੈਗਾ ਆਪਣਾ ਹਾਈਪੋਥੈਟਿਕ ਡਿਡਕਟਿਵ ਰੀਜ਼ਨਿੰਗ ਐਂਡ ਪ੍ਰਪੋਰਸ਼ਨਲ ਥਾਟ। ਨੈਕਸਟ ਹੈਗੀ ਆ ਸਪੈਸ਼ਲ ਰੀਜ਼ਨਿੰਗ ਐਂਡ ਹਾਈਪੋਥੈਟਿਕ ਡਿਡਕਟਿਵ ਰੀਜ਼ਨਿੰਗ। ਨੈਕਸਟ ਹੈਗੀ ਆ ਆਪਣੀ ਸੀਰੀਏਸ਼ਨ ਐਂਡ ਪ੍ਰਪੋਰਸ਼ਨਲ ਥਾਟ। ਨੈਕਸਟ ਹੈਗੀ ਆ ਸਪੈਸ਼ਲ ਰੀਜ਼ਨਿੰਗ ਐਂਡ ਪ੍ਰਪੋਰਸ਼ਨਲ ਥਾਟ। ਓਕੇ ਇਹ ਹੈਗਾ ਆ। ਤਾਂ ਇਹ ਚੋਂ ਕਿਹੜਾ ਆਪਸ਼ਨ ਆਪਣਾ ਸਹੀ ਹੈ ਤੁਸੀਂ ਕਮੈਂਟ ਬਾਕਸ 'ਚ ਦੱਸੋ ਮੈਨੂੰ ਕਿਹੜਾ ਆਪਸ਼ਨ ਇਹਦਾ ਕਰੈਕਟ ਹੈ। ਚੈੱਕ ਕਰੋ ਕਿਹੜੇ ਟੂ ਮੈਜਰ ਫੀਚਰ ਨੇ ਪਿਆਜੇ ਦੇ ਫਾਰਮਲ ਆਪਰੇਸ਼ਨਲ ਸਟੇਜ ਆਫ ਕੌਗਨੀਟਿਵ ਥਿਊਰੀ ਦੇ। ਓਕੇ ਦੱਸਣਾ ਆ ਤੁਸੀਂ ਕਿਹੜਾ ਆਪਸ਼ਨ ਬਿਲਕੁਲ ਸਹੀ ਹੈ ਆਪਣਾ। यस ऑप्शन नंबर ए अपना करेक्ट है। जाने के हाइपोथेटिक डिडक्टिव रीजनिंग एंड प्रपोर्शनल थॉट ऑप्शन नंबर ए बिल्कुल करेक्ट है। ओके नेक्स्ट 11th क्वेश्चन क्या है हमारा 11th क्वेश्चन। हेठ लिखियां विच केड़ा मौखिक जानकारी सीखण दा तरीका नहीं है। हुण देखो इत्थे की है नहीं, ध्यान रखना नॉट। ओके नॉट का ध्यान रखना हर क्वेश्चन कितने नॉट हैगा कितने नहीं। ओके जाने कि विच ऑफ द फॉलोइंग इज नॉट एन एग्जाम्पल ऑफ टैटिक्स फॉर लर्निंग वर्बल इन्फॉर्मेशन। ओके तो की है इन्हां विचों ऑप्शंस गिवन ने अपने को इन्हां विच केड़ा मौखिक जानकारी सीखण दा तरीका नहीं है। मौखिक मीनस जो आपां मौखिक रूप विच जानकारी लैने आ। ओके क्या है अपनी फर्स्ट ऑप्शन बारी लाइन रेखाकरण द्वारा ध्यान केंद्रित। ओके जाने के आउटलाइंस एंड अंडरलाइन। नेक्स्ट है व्याकरण ते कहानी द्वारा योजना बनाना, स्कैमा बिल्डिंग वाइज स्टोरी ग्रामर्स। नेक्स्ट है अपना अपनी कल्पना करके विचारों का विस्तार करना। ओके नेक्स्ट है लास्ट नमूने जाने के ढांचे नूं परिकल्पना नाल ढांचा सीखना, पैटर्न लर्निंग वाए हाइपोथेसिस। ओके तां की है इन्हां विचों किहड़ा इहो जिहा तरीका जिहड़ा मौखिक नहीं हैगा अपने कोल, मौखिक रूप विच नहीं सीखिया जा सकदा। देखो जिद्दां आ लास्ट अपने BCD 3 ऑप्शंस ने। ओके ਇਹਦੇ ਵਿੱਚ ਕੀ ਆਏਗਾ ਆਪਾਂ ਮੌਖਿਕ ਰੂਪ ਵਿੱਚ ਸਿੱਖ ਸਕਦੇ ਹਾਂ ਬਿਕਾਜ਼ ਕਹਾਣੀ ਦੁਆਰਾ ਯੋਜਨਾ ਬਣਾਉਣਾ, ਵਿਆਕਰਨ ਤੇ ਕਹਾਣੀ ਦੁਆਰਾ ਯੋਜਨਾ ਬਣਾਉਣਾ। ਓਕੇ ਜੋ ਆਪਾਂ ਮੌਖਿਕ ਰੂਪ ਵਿੱਚ ਬਣਾਉਂਦੇ ਆ। ਨੈਕਸਟ ਆਪਣੀ ਕਲਪਨਾ ਕਰਕੇ ਵਿਚਾਰਾਂ ਦਾ ਕੋਈ ਕਲਪਨਾ ਕਰਦੇ ਆ ਤੇ ਉਹਦਾ ਵਿਚਾਰਾਂ ਦਾ ਵਿਸਤਾਰ ਕਰਦੇ ਆ ਜਿਹੜਾ ਉਹ ਵੀ ਆਪਾਂ ਮੌਖਿਕ ਰੂਪ ਵਿੱਚ ਹੀ ਕਰਦੇ ਆ। ਨੈਕਸਟ ਹੈਗਾ ਜਿਹੜਾ ਕਿਸੇ ਢਾਂਚੇ ਨੂੰ ਪਰਿਕਲਪਨਾ ਦੇਣੀ ਉਹ ਵੀ ਆਪਾਂ ਮੌਖਿਕ ਰੂਪ ਵਿੱਚ ਹੀ ਕਰਦੇ ਆ। ਓਕੇ ਜਾਣੇ ਕਿ ਜਿਹੜਾ ਆਊਟਲਾਈਨ ਹੋ ਗਿਆ ਜਾਂ ਅੰਡਰਲਾਈਨ ਹੋ ਗਿਆ, ਬਾਹਰੀ ਲਾਈਨ ਤੇ ਰੇਖਾਕਰਨ ਇਹ ਕੋਈ ਮੌਖਿਕ ਰੂਪ ਵਿੱਚ ਤਾਂ ਨਹੀਂ ਆਉਂਦਾ ਹੈਗਾ। ਤਾਂ ਆਪਸ਼ਨ ਏ ਆ ਜਿਹੜਾ ਕਿ ਨੋਟ ਪੁੱਛਿਆ ਗਿਆ ਉਹੀ ਆਪਣਾ ਇਹ ਆਪਸ਼ਨ ਇੱਥੇ ਕਰੈਕਟ ਹੈ। ਓਕੇ 12th क्वेश्चन हैगा डैश ਇਹ ਸਧਾਰਨ ਤੌਰ ਤੇ ਰਚਨਾਵਾਦ ਨਾਲ ਸੰਬੰਧਿਤ ਨਹੀਂ ਹੈ। ਨਹੀਂ ਕਿਹੜਾ ਇਹਨਾਂ ਵਿੱਚੋਂ ਰਚਨਾਵਾਦ ਜਾਣੇ ਕਿ ਕੰਸਟਰਕਟਿਵਿਜ਼ਮ ਨਾਲ ਸੰਬੰਧਿਤ ਨਹੀਂ ਹੈ। ਡੈਸ਼ is generally not associated with
ਕੰਸਟਰਕਟਿਵਿਜ਼ਮ। ਓਕੇ, ਕੰਸਟਰਕਟਿਵਿਜ਼ਮ ਨਾਲ ਇਹਨਾਂ ਚੋਂ ਕਿਹੜੀ ਥਿਊਰੀ ਆ ਜਿਹੜੀ ਸੰਬੰਧਿਤ ਨਹੀਂ ਹੈਗੀ। ਕੰਸਟਰਕਟਿਵਿਜ਼ਮ ਅਪਰੋਚ ਕਿਹਨਾਂ ਦੀ ਹੈ, ਕਿਹਨਾਂ ਨੇ ਥਿਊਰੀ ਦਿੱਤੀ ਆ? ਵੈਗੋਸਕੀ ਦੀ ਆਪਾਂ ਨੂੰ ਪਤਾ ਹੈ ਵੈਗੋਸਕੀ ਦੀ ਹੈਗੀ ਆ ਥਿਊਰੀ ਆਪਣੀ ਕੰਸਟਰਕਟਿਵਿਜ਼ਮ ਦੀ। ਨੈਕਸਟ ਪਿਆਜੇ ਨੇ ਦਿੱਤੀ ਆ। ਓਕੇ, ਤਾਂ ਇਹਨਾਂ ਵਿੱਚੋਂ ਕਿਹੜੀ ਹੈ ਜਿਹੜੀ ਇਹਦੇ ਨਾਲ ਰਿਲੇਟਡ ਨਹੀਂ ਹੈਗੀ? ਓਕੇ, ਤਾਂ ਕੀ ਆਏਗਾ, ਕੀ ਆਪਸ਼ਨ ਆਏਗਾ ਇਹਦਾ ਜੋ ਕਰੈਕਟ ਆंसर ਹੈ? ਬਿਲਕੁਲ ਕੀ ਦਿੱਤਾ? ਵੈਗੋਸਕੀ ਦਾ ਸਿਧਾਂਤ, ਪਾਰੰਪਰਿਕ ਜਾने कि क्लासिकल कंडीशनिंग, संतुलन का सिद्धांत, नैक्सट हैगा सवय जागृति। ओके, सैल्फ अवेयरनेस। किहड़ा इन्हां विचों अपना आएगा जिहड़ा रचनावाद नाल संबंधित नहीं है? ओके, ऑप्शन नंबर बी। ऑप्शन नंबर बी पारंपरिक अवस्था जाने के क्लासिकल धारणा आ जिहड़ी ओह कंस्ट्रक्टिविज्म थ्योरी नहीं हैगी। ओके, ओह इहदे नाल अपनी साधारण तौर पर संबंधित नहीं है। ओके, 13th क्वेश्चन, भाषा के बारे सोचण की काबलियत का प्रबंध है, जाने के एबिलिटी टू थिंक अबाउट लैंग्वेज एज ए सिस्टम। लैंग्वेज नू एज ए सिस्टम किद्दां थिंक करते हैं, की है ये? ओके, ये देखना है आपां। फर्स्ट हैगा अपना संबंधित संवाद, भाषी पंजीकरण, दो भाषी जां बहुभाषी। ये आपां देखते हैं कि जिन्नियां भाषावां आउंदियां होणगीਆਂ मीनस ਜਿਹੜੀਆਂ दो तो ज़्यादा भाषावां आउंदियां ने ਜਿਹਨੂੰ ਉਹਨੂੰ ਆਪਾਂ ਬਹੁਭਾਸ਼ੀ ਜਾਗ੍ਰਿਤੀ ਕਹਾਂਗੇ। ਓਕੇ, ਮੈਟਾ ਲਿੰਗੁਇਸਟਿਕ ਅਵੇਅਰਨੈਸ, ਇਹ ਆਪਣੀ ਆਪਸ਼ਨ ਡੀ ਹੈ ਜਿਹੜੀ ਇੱਥੇ ਬਿਲਕੁਲ ਕਰੈਕਟ ਹੈ। ਇਹ ਜਿੰਨੀਆਂ ਆਪਾਂ ਨੂੰ ਭਾਸ਼ਾਵਾਂ ਜਿੱਦਾਂ ਕਿ ਆਪਣੀ ਇੱਕ ਮਦਰ ਟੰਗ ਹੋ ਗਈ ਆ। ਓਕੇ, ਮਦਰ ਟੰਗ ਕੋਈ ਵੀ ਹੋ ਸਕਦੀ ਹੈ, ਜਿੱਦਾਂ ਆਪਣੀ ਪੰਜਾਬੀ ਮਦਰ ਟੰਗ ਹੈ। ਨੈਕਸਟ ਹੁੰਦੀ ਆ ਆਪਣੀ ਕੋਈ ਨੈਸ਼ਨਲ ਲੈਂਗੁਏਜ ਹਿੰਦੀ, ਜਿੱਦਾਂ ਨੈਕਸਟ ਹੈਗੀ ਆਪਣੀ ਫੋਰਨਰ ਲੈਂਗੁਏਜ ਇੰਗਲਿਸ਼। ਓਕੇ, ਤਿੰਨ ਭਾਸ਼ਾਵਾਂ ਆਉਂਦੀਆਂ ਆ ਤਾਂ ਉਹਨੂੰ ਆਪਾਂ ਕੀ ਕਹਾਂਗੇ? ਬਹੁਭਾਸ਼ੀ ਜਾਗ੍ਰਿਤੀ। ਜਿੱਦਾਂ ਸਕੂਲ ਵਿੱਚ ਵੀ ਇਹ ਆਪਾਂ ਨੂੰ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇ, ਠੀਕ ਹੈ, ਤਿੰਨੋਂ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਮੈਟਾ ਲਿੰਗੁਇਸਟਿਕ ਅਵੇਅਰਨੈਸ। ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਇਹ ਪ੍ਰਬੰਧ ਹੈ ਇੱਕ। ਓਕੇ, ਜਿਹਨੂੰ ਦੋ ਤੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਆ। ਆਪਸ਼ਨ ਨੰਬਰ ਡੀ ਕਰੈਕਟ ਹੈ। 14th क्वेश्चन, ਮੁਹਾਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪਲਬਧੀ ਤੇ ਦੇਖਣ ਦੀ ਯੋਗਤਾ ਦਾ ਵਿਕਾਸ ਵੱਧ ਸਕਦਾ ਹੈ। ਇਸ ਲਈ ਉਹ ਧਿਆਨ ਕੇਂਦਰਿਤ ਕਰਨ। ਮੀਨਸ mastery oriented students tend to value achievement and see ability as improvable, so they focus on किस चीज़ से उन्होंने फोकस करना चाहिए? मीनस मुहारत प्राप्त विद्यार्थी जिन्हां कोल कोई मुहारत है, कोई टैलेंट है, ओके, किसी चीज़ से उन्होंने अपनी मास्टरी करी हुई है, ਤਾਂ ਉਹ ਮੁਹਾਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪਲਬਧੀ ਕੀ ਨੈਤਿਕ ਉਪਲਬਧੀ ਹੈ ਤੇ ਦੇਖਣ ਦੀ ਯੋਗਤਾ ਦਾ ਵਿਕਾਸ ਵੱਧ ਸਕਦਾ ਹੈ। ਉਹਨਾਂ ਨੂੰ ਕਿਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਦੀ ਨੈਤਿਕ ਉਪਲਬਧੀ ਵਧੇ ਤੇ ਉਹਨਾਂ ਦਾ ਹੋਰ ਵਿਕਾਸ ਹੋਵੇ। ਓਕੇ, ਆਪਸ਼ਨਸ ਨੇ ਆਪਣੇ ਕੋਲ। ਨੈਕਸਟ ਆਪਸ਼ਨਸ ਦੇਖਦੇ ਹਾਂ। ਉਹਨਾਂ ਤੋਂ ਉਮੀਦ ਜਿਨ੍ਹਾਂ ਦਾ ਕੋਈ ਉਦੇਸ਼ ਨਹੀਂ, ਕਿ ਉਹਨਾਂ ਤੋਂ ਉਮੀਦ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਕੋਈ ਉਦੇਸ਼ ਨਹੀਂ। ਇਹ ਤਾਂ ਕੋਈ ਮੀਨਿੰਗ ਹੀ ਨਹੀਂ ਹੈਗਾ। ਜਿਨ੍ਹਾਂ ਦਾ ਖੁਦ ਕੋਈ ਉਦੇਸ਼ ਨਹੀਂ, ਉਹਨਾਂ ਤੋਂ ਆਪਾਂ ਕੀ ਉਮੀਦ ਕਰਾਂਗੇ? ਓਕੇ, ਨੈਕਸਟ ਹੈਗਾ ਬੀ, ਆਪਣੀ ਮੁਹਾਰਤ ਦਾ ਉਦੇਸ਼ ਆਪਣੇ ਗੁਣਾਂ ਤੇ ਯੋਗਤਾਵਾਂ ਨਾਲ ਵਧਾਉਣਾ। ਓਕੇ, ਨੈਕਸਟ ਹੈਗਾ ਸੀ, ਆਪਣੀ ਯੋਗਤਾ ਦੀ ਕਮੀ ਨੂੰ ਸਰੋਤ ਦੀ ਅਸਫਲਤਾ ਮੰਨਣਾ। ਦੇਅਰ ਬੈਕ ਆਫ ਐਬਿਲਿਟੀ ਐਂਡ ਕੰਸੀਡਰ ਇਟ ਐਜ਼ ਸੋਰਸ ਆਫ ਫੇਲੀਅਰ। ਮੀਨਸ ਜਿਹੜੀ ਆਪਣੇ 'ਚ ਕਮੀ ਆ ਉਹਨੂੰ ਅਸਫਲਤਾ ਮੰਨ ਲੈਣਾ, ਇਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ। ਓਕੇ, ਆਪਣੀਆਂ ਕਮੀਆਂ ਤਾਂ ਹਰ ਇੱਕ 'ਚ ਹੁੰਦੀਆਂ ਆ, ਉਹਨੂੰ ਇਹ ਥੋੜਾ ਕਿ ਸਫਲਤਾ ਮੰਨ ਕੇ ਬੈਠ ਜਾਓ ਸਾਈਡ ਤੇ। ਨੈਕਸਟ ਹੈਗਾ ਡੀ, ਮੁਹਾਰਤ ਉਦੇਸ਼ ਵੱਲ ਵੱਧਦੇ ਹੋਏ ਅਸਫਲਤਾਵਾਂ ਨੂੰ ਨਜ਼ਰ ਅੰਦਾਜ਼ ਕਰਨਾ। ਇਹ ਵੀ ਨਹੀਂ ਹੈਗਾ ਕਿ ਆਪਾਂ ਆਪਣੀ ਮੰਜ਼ਿਲ ਵੱਲ ਵੱਧਦੇ ਜਾਈਏ ਤੇ ਜਿਹੜੀਆਂ ਸਫਲਤਾਵਾਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰੀਏ। ਠੀਕ ਹੈ, ਕਿਉਂਕਿ ਜਿਹੜੀਆਂ ਆਪਣੇ 'ਚ ਕਮੀਆਂ ਹੋਣਗੀਆਂ ਆਪਣਾ ਫਰਜ਼ ਬਣਦਾ ਆ ਕਿ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਹਾਂ, ਉਹਨਾਂ ਨੂੰ ਕਿੱਦਾਂ ਆਪਾਂ ਸਹੀ ਕਰ ਸਕਦੇ ਹਾਂ। ਠੀਕ ਹੈ, तो आप बेस्ट ऑप्शन चूज करनी है। सब तो पहला तुसी की करना, जो भी पॉजिटिव अपनी ऑप्शन होएगी उन्होंने भी चूज करना। इत्थे अपने कोल पॉजिटिव ऑप्शन की है? बी ऑप्शन, यानी कि अपनी मुहारत का उद्देश अपने गुणा ते योग्यतावां नाल ਵਧਾਉਣਾ। अपनी मुहारत ਨੂੰ ਆਪਾਂ ਕਿੱਦਾਂ ਵਧਾ ਸਕਦੇ ਹਾਂ? ਮਾਸਟਰੀ ਗੋਲਸ ਇਨ ਆਰਡਰ ਟੂ ਇਨਕਰੀਜ਼ देयर ਸਕਿੱਲਸ ਐਂਡ ਐਬਿਲਿਟੀਜ਼ ਨੂੰ ਜਿਹੜੇ ਆਪਣੇ ਚ ਗੁਣ ਨੇ ਆਪਾਂ ਉਹਨਾਂ ਦਾ ਯੋਗ ਮੀਨਸ ਯੋਗਤਾਵਾਂ ਦਾ ਆਪਣਾ ਜੋ ਵੀ ਹੁਨਰ ਹੈ ਆਪਣੇ ਕੋਲ ਉਹਨਾਂ ਦਾ ਯੂਜ਼ ਕਰਕੇ ਆਪਾਂ ਆਪਣੀ ਮੁਹਾਰਤ ਨੂੰ ਮਾਸਟਰੀ ਨੂੰ ਹੋਰ ਵਧਾ ਸਕਦੇ ਹਾਂ। ਇਹ ਜਾਣੇ ਕਿ ਆਪਸ਼ਨ ਨੰਬਰ ਬੀ ਇੱਥੇ ਪੋਜ਼ਿਟਿਵ ਆ, ਇਹੀ ਆਪਣਾ ਆਨਸਰ ਬਿਲਕੁਲ ਸਹੀ ਹੈ। ਓਕੇ, ਨੈਕਸਟ ਚਲਦੇ ਹਾਂ 15th ਕੁਐਸਚਨ,
ਟੋਰੈਂਸ ਦੇ ਅਨੁਸਾਰ ਜਦ ਅਸੀਂ ਕਿਸੇ ਸਿਰਜਣਾਤਮਕਤਾ ਦੀ ਜਾਂਚ ਕਰਦੇ ਹਾਂ ਤਾਂ ਓਨੇਗ੍ਰਾਫਿਕ ਟੈਸਟ used to assess creativity among individuals, ਤੁਸੀਂ ਉਹਨਾਂ ਨੂੰ 30 ਅੱਧੇ ਗੋਲੇ ਦਿਓ। ਓਕੇ, ਓਨੇਗ੍ਰਾਫਿਕ ਟੈਸਟ ਅਨੁਸਾਰ ਤੁਸੀਂ ਉਹਨਾਂ ਨੂੰ 30 ਅੱਧੇ ਗੋਲੇ ਦਿਓ ਤੇ ਕਹੋ ਕਿ 30 ਵੱਖਰੇ ਚਿੱਤਰ ਬਣਾਓ। ਹੋਰ ਦੂਜੇ ਕੰਮ ਵਿੱਚ ਕਹੋ ਕਿ ਤੁਸੀਂ ਖਿਡੌਣੇ ਬਣਾਓ ਜਿਨ੍ਹਾਂ ਨਾਲ ਖੁਸ਼ੀ ਨਾਲ ਖੇਡੋ। ਇਹਨਾਂ ਬਾਰੇ ਕੰਮਾਂ ਦਾ ਜਵਾਬ ਅੰਕਿਤ ਕਰ ਸਕਦੇ ਹਾਂ 3 ਵੱਖਰੀ ਸੋਚ ਦੇ ਪਹਿਲੂਆਂ ਨਾਲ ਜੋ ਆਪਾਂ ਨੂੰ ਨੀਚੇ ਦਿੱਤੇ ਹੋਏ ਹਨ। ਓਕੇ, ਤਾਂ ਕੀ ਆਏਗਾ? ਫਸਟ ਹੈਗਾ ਅਸਲੀਅਤ, ਓਰੀਜਨੈਲਿਟੀ, ਰਫਤਾਰ, ਫਲੂਐਂਸੀ, ਨੈਕਸਟ ਲਚੀਲਾਪਨ, ਫਲੈਕਸੀਬਿਲਿਟੀ। ਓਕੇ, ਅਸਲੀਅਤ, ਰਫਤਾਰ, ਲਚੀਲਾਪਨ। ਸੈਕਿੰਡ ਹੈਗੀ ਆ ਅਸਲੀਅਤ, ਲਚੀਲਾਪਨ ਤੇ ਵੱਖਰਾਪਨ। ਨੈਕਸਟ ਹੈਗੀ ਆ ਰਫਤਾਰ, ਵੱਖਰਾਪਨ ਤੇ ਇਕਾਗਰਤਾ। ਨੈਕਸਟ ਹੈਗੀ ਆ ਵੱਖਰਾਪਨ, ਲਚੀਲਾਪਨ ਤੇ ਇਕਾਗਰਤਾ। ਹੁਣ ਇਹਦੇ ਵਿੱਚ ਕੀ ਹੈ? ਨੈਗੇਟਿਵ ਆਪਾਂ ਕੀ ਕਹਿ ਰਹੇ ਹਾਂ ਕਿ ਨੈਗੇਟਿਵ ਹੈ ਜੋ ਉਹ ਆਪਣਾ ਨਹੀਂ ਹੈ, ਜਾਨੇ ਕਿ ਵੱਖਰਾਪਨ ਤਾਂ ਹੋਣਾ ਨਹੀਂ ਚਾਹੀਦਾ। ਡਾਇਵਰਸਿਟੀ ਜਿੱਥੇ ਵੀ ਆਏਗਾ ਉਹ ਆਪਣਾ ਨੈਗੇਟਿਵ ਆਪਸ਼ਨ ਹੋਏਗਾ। ਓਕੇ, ਤਾਂ 3 ਆਪਸ਼ਨ ਦੇਖਦੇ ਹਾਂ B C D ਜਿਨ੍ਹਾਂ ਵਿੱਚ ਇਹਨਾਂ ਨੇ ਕੀ ਦਿੱਤਾ? ਵੱਖਰਾਪਨ। ਓਕੇ, ਡਾਇਵਰਸਿਟੀ ਦਿੱਤੀ ਆ, ਸੋ ਇਹ ਆਪਾਂ ਨਹੀਂ ਲਵਾਂਗੇ। ਸੋ ਇੱਕ ਆਪਸ਼ਨ ਬਚੀ ਆ ਜਿਹੜੀ ਆਪਣੀ A ਆਪਸ਼ਨ, ਉਹ ਆਪਣੀ ਕਰੈਕਟ ਹੈ। ਅਸਲੀਅਤ, ਓਰੀਜਨੈਲਿਟੀ, ਫਲੂਐਂਸੀ ਐਂਡ ਫਲੈਕਸੀਬਿਲਿਟੀ ਹੋਣੀ ਚਾਹੀਦੀ ਆ। ਓਕੇ, ਆਪਸ਼ਨ A ਆਪਣੀ ਬਿਲਕੁਲ ਕਰੈਕਟ ਹੈ। ਕੁਐਸਚਨ ਨੰਬਰ 16, ਵਾਈਗੋਸਕੀ ਦੀ ਸਿਧਾਂਤ ਦੇ ਅਨੁਸਾਰ ਇੱਕ ਕਿਰਿਆ ਵਿੱਚ 2 ਹਿੱਸਾ ਲੈਣ ਵਾਲੇ ਇੱਕ ਕੰਮ ਨੂੰ ਵੱਖਰੀ ਸਮਝ ਨਾਲ ਸ਼ੁਰੂ ਕਰਦੇ ਹਨ ਪਰ ਉਹ ਦੋਨੋਂ ਇੱਕ ਮਿਲੇ ਜੁਲੇ ਵਿਚਾਰਾਂ ਵਿੱਚ ਆ ਜਾਂਦੇ ਹਨ। ਉਸ ਨੂੰ ਤੁਸੀਂ ਕੀ ਕਹੋਗੇ? ਕੀ ਹੈ? According to Vygotsky's theory, the process whereas 2 participants who begin a task with different understanding arrive at a shared understanding is known as means ਕੀ ਹੈ? ਵਾਈਗੋਸਕੀ ਦੇ ਸਿਧਾਂਤ ਦੇ ਅਨੁਸਾਰ ਕੋਈ ਕਿਰਿਆ ਆ, ਜਾਨੇ ਕੋਈ ਕੰਮ ਹੈ, ਉਹਦੇ ਵਿੱਚ 2 ਬੰਦੇ ਇੱਕੋ ਜਿਹੇ ਕੰਮ ਨੂੰ ਕਰਦੇ ਨੇ। ਓਕੇ, ਵੱਖਰੀ ਸਮਝ ਨਾਲ ਸ਼ੁਰੂ ਕਰਦੇ ਨੇ ਪਰ ਉਹ ਦੋਨੋਂ ਮਿਲੇ ਜੁਲੇ ਮੀਨਸ ਉਹਦੇ ਵਿਚਾਰ ਆਪਸ 'ਚ ਕਾਫੀ ਮਿਲਦੇ ਜੁਲਦੇ ਨੇ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਉਸਨੂੰ ਤੁਸੀਂ ਕੀ ਕਹੋਗੇ? ਇੰਟਰਸਬਜੈਕਟਿਵਿਟੀ। ਨੈਕਸਟ ਹੈਗਾ ਸਕੈਫੋਲਡਿੰਗ, ਜਾਨੇ ਕਿ ਮਚਾਨ ਔਰ ਉਚਾਈ। ਨੈਕਸਟ ਹੈਗਾ ਆਪਣਾ ਗਾਈਡਡ ਪਾਰਟੀਸਪੇਸ਼ਨ, ਹਿੱਸਾ ਲੈਣ ਲਈ ਨਿਰਦੇਸ਼। ਨੈਕਸਟ ਹੈਗਾ ਆ ਰੈਸੀਪ੍ਰੋਕਲ ਪਾਰਟੀਸਪੇਸ਼ਨ, ਜਾਨੇ ਕਿ ਪਾਰੰਪਰਿਕ ਹਿੱਸੇਦਾਰੀ। ਓਕੇ, ਤਾਂ ਇਸ 'ਚ ਆਪਾਂ ਕੀ ਕਹਾਂਗੇ? ਇੱਕ ਕੰਮ ਨੂੰ ਜਦੋਂ 2 ਵਿਅਕਤੀ ਕਰਦੇ ਨੇ ਉਹਨਾਂ ਦੇ ਆਪਸ 'ਚ ਜੋ ਵਿਚਾਰ ਨੇ ਉਹ ਕਾਫੀ ਹੱਦ ਤੱਕ ਮਿਲਦੇ ਨੇ, ਆਪਣੀ ਸੂਝ-ਬੂਝ ਨਾਲ ਉਹ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਆਪਾਂ ਜੋ ਕਹਿੰਦੇ ਆ ਇੰਟਰਸਬਜੈਕਟਿਵਿਟੀ, ਜਾਨੇ ਕਿ ਆਪਸ਼ਨ A ਆਪਣਾ ਸਹੀ ਹੈ, ਉਹਨੂੰ ਆਪਾਂ ਕਹਾਂਗੇ ਇੰਟਰਸਬਜੈਕਟਿਵਿਟੀ। ਓਕੇ, ਕੁਐਸਚਨ ਨੰਬਰ 17, ਲਾਰੈਂਸ ਕੋਲਬਰਗ ਦੇ ਅਨੁਸਾਰ ਬੱਚੇ ਆਪਣੇ ਵਰਗਿਆਂ ਵਿੱਚ ਸਥਿਰਤਾ ਨਹੀਂ ਦਾ ਧਿਆਨ ਰੱਖਣਾ ਕਿੱਥੇ ਨੋਟ ਹੈ। ਓਕੇ, ਨਹੀਂ ਬਣਾ ਸਕਦੇ। ਇਸ ਚੀਜ਼ ਦੀ ਸਮਝ ਇਹਨਾਂ ਨੂੰ ਹੌਲੀ-ਹੌਲੀ ਮਿਲਦੀ ਹੈ ਜਦ ਇਹ ਬੱਚੇ ਇਹਨਾਂ ਹੇਠ ਲਿਖੀਆਂ ਡੈਸ਼ ਅਵਸਥਾਵਾਂ ਵਿੱਚੋਂ ਲੰਘਦੇ ਹਨ। ਓਕੇ, ਕਿੱਥੋਂ ਲੰਘਦੇ ਨੇ, ਕਿਹੜੀਆਂ ਅਵਸਥਾਵਾਂ ਵਿੱਚੋਂ ਲੰਘਦੇ ਨੇ ਤੇ ਕਦੋਂ ਇਹਨਾਂ ਨੂੰ ਇਹ ਸਮਝ ਆਉਂਦੀ ਹੈ, ਇਸ ਚੀਜ਼ ਨੂੰ ਆਪਾਂ ਦੇਖਣਾ। ਅਕੋਰਡਿੰਗ ਟੂ ਲਾਰੈਂਸ ਕੋਲਬਰਗ, children cannot maintain the consistency of their gender. They attain this understanding only gradually moving through the following stages। ਕਿਹੜੇ ਸਟੇजेस ਤੋਂ ਨਿਕਲ ਕੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਆਉਂਦੀ ਹੈ। ਓਕੇ, ਤਾਂ ਕੀ ਆਏਗਾ? ਲਿੰਗ ਸੰਘਰਸ਼, ਲਿੰਗ ਸਥਿਰਤਾ, ਲਿੰਗ ਨਿਰੰਤਰ। ਲਿੰਗ ਲੇਬਲਿੰਗ, ਲਿੰਗ ਸੰਘਰਸ਼, ਲਿੰਗ ਸਥਿਰਤਾ। ਲਿੰਗ ਲੇਬਲਿੰਗ, ਲਿੰਗ ਸਥਿਰਤਾ ਤੇ ਲਿੰਗ ਨਿਰੰਤਰਤਾ। ਲਿੰਗ ਲੇਬਲਿੰਗ, ਲਿੰਗ ਸੰਘਰਸ਼ ਤੇ ਲਿੰਗ ਸਥਿਰਤਾ। ਤਾਂ ਇਹ ਚੋਂ ਜੋ ਬੈਸਟ ਆਪਸ਼ਨ ਕੀ ਹੈ? ਆਪਣੀ C, ਆਪਸ਼ਨ ਨੰਬਰ C, ਲਿੰਗ ਲੇਬਲਿੰਗ, ਲਿੰਗ ਸਥਿਰਤਾ ਤੇ ਲਿੰਗ ਨਿਰੰਤਰਤਾ, ਜਾਣੇ ਕਿ ਜੈਂਡਰ ਲੇਬਲਿੰਗ, ਜੈਂਡਰ ਸਟੇਬਿਲਿਟੀ, ਜੈਂਡਰ ਕੰਸਿਸਟੈਂਸੀ ਹੋਣੀ ਜ਼ਰੂਰੀ ਹੈ। ਓਕੇ, ਜਦੋਂ ਇਹਨਾਂ ਸਟੇजेस ਚੋਂ ਨਿਕਲਣਗੇ ਤਾਂ ਹੀ ਉਹਨਾਂ ਨੂੰ ਹੌਲੀ-ਹੌਲੀ ਇਸ ਚੀਜ਼ ਦੀ ਸਮਝ ਆਏਗੀ। ਓਕੇ, 18th ਕੁਐਸਚਨ, ਰੁਕ ਕੇ ਪ੍ਰੋਤਸਾਹਨ ਦੇਣ ਦੀ ਵਿਧੀ ਦੇ 2 ਪ੍ਰਕਾਰ ਹੁੰਦੇ ਹਨ।
ਕਿਹੜੇ ਦੋ ਪ੍ਰਕਾਰ ਨੇ ਰੁਕ ਰੁਕ ਕੇ ਪ੍ਰੋਤਸਾਹਨ ਦੇਣ ਦੀ ਵਿਧੀ ਦੇ ਦੇਖਨੇ ਆਪਾਂ। ਓਕੇ, देयर आर टू बेसिक टाइप ऑफ इंटरमिटेंट रीइंफोर्समेंट शेड्यूल्स। दे आर क्या है अपना पहला हैगा चलदा रहन वाला नेम ते मध्य वाला नेम, सैकेंड इज मध्य वाला नेम ते अनुपाती नेम, नैक्सट मध्य वाला नेम ते निर्धारित नेम, नैक्सट हैगा निर्धारित ते चलदे रहन वाला नेम। तो की आएगा ऑप्शन नंबर बी। ऑप्शन नंबर बी इतने करैक्ट अपना जाने कि मध्य वाला नेम ते अनुपाती नेम जाने कि इंटरवल शेड्यूल एंड रेशियो शेड्यूल टू दो प्रकार ने रुक रुक के प्रोत्साहन देने दी विधि दे। ओके, 19th क्वेश्चन, निजी तत्त, सरीरक तत्त, समाजिक वातावरण ਅਤੇ ਉਹਨਾਂ ਦਾ ਵਰਤਾਓ ਇਹ ਸਭ ਪ੍ਰਭਾਵਿਤ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਬੰਡੂਰਾ ਸੰਪਰਕ ਦੀਆਂ ਇਹਨਾਂ ਸ਼ਕਤੀਆਂ ਨੂੰ ਕੀ ਕਹਿੰਦਾ ਹੈ? ਜਾਣੇ ਕਿ ਪਰਸਨਲ ਫੈਕਟਰ, ਦ ਫਿਜ਼ੀਕਲ and social environment and behavior all influence and are influenced by each other. Bandura calls this interaction of forces as this means ਨਿੱਜੀ ਤੱਤ, ਸਰੀਰਕ ਤੱਤ ਤੇ ਸਮਾਜਿਕ ਵਾਤਾਵਰਣ ਇਹ ਆਪਸ ਚ ਇੱਕ ਦੂਜੇ ਨਾਲ ਇੰਟਰਲੇਟ ਕਰਕੇ ਚੱਲਦੇ ਨੇ ਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ। ਓਕੇ, ਇਹਨਾਂ ਨੂੰ ਬੰਡੂਰਾ ਜੋ ਇਹ ਆਪਸ ਚ ਇੰਟਰੈਕਸ਼ਨ ਕਰਦੇ ਨੇ ਉਹਨੂੰ ਬੰਡੂਰਾ ਕੀ ਕਹਿੰਦਾ ਆ? ਇਹਨੂੰ ਫੋਰਸਿਸ ਨੂੰ ਕੀ ਕਹਿੰਦਾ ਆ ਇਹ ਦੇਖਣਾ ਆਪਾਂ। ਓਕੇ, ਫਸਟ ਇਜ਼ ਮੋਡਲਿੰਗ, ਨੈਕਸਟ ਹੈਗਾ ਆ ਸ਼ਕਤੀਕਰਨ ਰੋਕ, ਨੈਕਸਟ ਹੈਗਾ ਆ ਆਪਣਾ ਪਰਸਪਰ ਦ੍ਰਿੜ ਸ਼ਕਤੀ, ਨੈਕਸਟ ਹੈਗਾ ਤਰੰਗਾਤਮਕ ਪ੍ਰਭਾਵ ਜਾਨੀ ਕਿ ਰਿਪਲ ਇਫੈਕਟ। ਓਕੇ, ਆਪਸ਼ਨ ਕਰੈਕਟ ਕਿਹੜੀ ਹੈ ਇੱਥੇ ਆਪਣੀ? ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ ਇਹਨਾਂ ਨੂੰ ਬੰਡੂਰਾ ਕੀ ਕਹਿੰਦਾ ਆ? ਰੈਸੀਪ੍ਰੋਕਲ ਡਿਟਰਮਿਨਿਜ਼ਮ ਜਾਨੇ ਕਿ ਪਰਸਪਰ ਦ੍ਰਿੜ ਸ਼ਕਤੀ ਕਿਹਾ ਜਾਂਦਾ ਇਹਨਾਂ ਨੂੰ। ਓਕੇ, ਕੀ ਕਿਹਾ ਜਾਂਦਾ ਹੈ? ਪਰਸਪਰ ਦ੍ਰਿੜ ਸ਼ਕਤੀ ਜਾਨੇ ਕਿ ਰੈਸੀਪ੍ਰੋਕਲ ਡਿਟਰਮਿਨਿਜ਼ਮ। ਆਪਸ਼ਨ ਨੰਬਰ ਸੀ ਇਜ਼ ਕਰੈਕਟ। ਕੁਐਸਚਨ ਨੰਬਰ 20, ਇੱਕ ਅਧਿਆਪਕਾ ਜਾਣਨਾ ਚਾਹੁੰਦੀ ਹੈ ਕਿ ਇੱਕ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਉਸ ਦੇ ਵਿਸ਼ੇ ਵਿੱਚ ਪੂਰਨਤਾ ਕਿੰਨੀ ਹੈ ਕਿ ਕਿੰਨਾ ਉਸਦਾ ਵਿਸ਼ਾ ਬੱਚਿਆਂ ਨੇ ਸਿੱਖਿਆ ਹੈ, ਕੀ ਪੂਰਨਤਾ ਹੈ ਅਤੇ ਕਿਸ ਸਤਰ ਤੇ ਹੈ। ਇਸ ਲਈ ਉਹ ਇੱਕ ਟੈਸਟ ਲੈਂਦੀ ਹੈ ਉਹ ਆਪਣਾ ਉਦੇਸ਼ ਪੂਰਾ ਕਰ ਸਕੇ। ਜਿਹੜਾ ਮੁਲਾਂਕਣ ਉਹ ਕਰ ਰਹੀ ਹੈ ਉਸ ਨੂੰ ਮੁੱਖ ਰੂਪ ਵਿੱਚ ਕੀ ਕਹਿੰਦੇ ਹਨ? ਆਪਣੇ ਕੋਲ ਆਪਸ਼ਨਸ ਨੇ ਜਾਣੇ ਕਿ ਕੀ ਆ? ਆਰ ਟੀਚਰ ਵਾਂਟਸ ਟੂ ਨੋ ਅਬਾਊਟ ਦ ਲੈਵਲ ਆਫ ਅਕੰਪਲਿਸ਼ਮੈਂਟ attained in her subject after the completion of the session or term. She takes a test to complete this objective. The type of assessment she is doing is typically okay ਜਾਣੇ ਕਿ ਉਹ ਲਾਸਟ ਦੇ ਵਿੱਚ ਜਦੋਂ ਸੈਸ਼ਨ ਖਤਮ ਹੋ ਜਾਂਦਾ ਹੈ ਜਿਹੜੇ ਆਪਣੇ ਫਾਈਨਲ ਐਗਜ਼ਾਮ ਹੁੰਦੇ ਨੇ ਉੱਦਾਂ ਇੱਕ ਟੈਸਟ ਲੈਂਦੀ ਆ ਤੇ ਆਪਣਾ ਉਦੇਸ਼ ਪੂਰਾ ਕਰਦੀ ਆ। ਉਹ ਜਾਣਨਾ ਚਾਹੁੰਦੀ ਹੈ ਕਿ ਬੱਚਿਆਂ ਨੇ ਕਿੰਨਾ ਸਿੱਖਿਆ ਹੈ, ਕੀ ਪੂਰਨਤਾ ਆਈ ਹੈ ਉਹਨਾਂ 'ਚ ਤੇ ਕਿਸ ਸਤਰ ਤੇ ਨੇ। ਓਕੇ, ਤਾਂ ਇਸ ਮੁਲਾਂਕਣ ਨੂੰ ਆਪਾਂ ਕੀ ਕਹਾਂਗੇ? ਅਸੈਸਮੈਂਟ ਨੂੰ ਕੀ ਕਹਾਂਗੇ? ਆਪਣੇ ਕੋਲ ਆਪਸ਼ਨਸ ਨੇ ਫਾਰਮੈਟਿਵ ਅਸੈਸਮੈਂਟ, ਟੈਕਸਟ ਬੁੱਕ ਅਸੈਸਮੈਂਟ, ਸਮੈਟਿਵ ਅਸੈਸਮੈਂਟ ਔਰ ਆਬਜੈਕਟਿਵ ਅਸੈਸਮੈਂਟ। ਕੀ ਆ? निर्माणात्मक आंकलन, पाठ पुस्तक आधारित आंकलन, समैटिव आंकलन और उद्देशात्मक आंकलन। ओके, ਤਾਂ ਕੀ ਹੋਏਗਾ? ਇਹ ਜੋ ਲਾਸਟ ਦੇ ਵਿੱਚ ਲਿਆ ਜਾਂਦਾ ਆ ਮੀਨਸ ਐਂਡ ਦੇ ਵਿੱਚ ਲਿਆ ਜਾਂਦਾ ਜਦੋਂ ਸੈਸ਼ਨ ਖਤਮ ਹੋ ਜਾਂਦਾ ਆ ਉਸ ਨੂੰ ਆਪਾਂ ਕਹਿੰਦੇ ਆ ਸਮੈਟਿਵ ਅਸੈਸਮੈਂਟ ਜਾਣੇ ਕਿ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਕਰੈਕਟ ਹੈ। ਉਹਨੂੰ ਆਪਾਂ ਕਹਾਂਗੇ ਸਮੈਟਿਵ ਆਂਕਲਨ। ਓਕੇ, ਆਪਸ਼ਨ ਨੰਬਰ ਸੀ ਕਰੈਕਟ। क्वेश्चन नंबर 21, एक खुश मिजाज विद्यार्थी जो लगता है कि मेहनती है ਉਹ ਜਮਾਤ ਵਿੱਚ ਘੱਟ ਪਰੇਸ਼ਾਨੀ ਪੈਦਾ ਕਰਦਾ ਹੈ ਉਸਦਾ ਉਸਨੂੰ ਲਾਭ ਹੁੰਦਾ ਹੈ। ਜੋ ਗ੍ਰੇਡ ਮਿਲਣੇ ਚਾਹੀਦੇ ਹਨ ਉਸ ਤੋਂ ਵੱਧ ਪ੍ਰਾਪਤ ਹੁੰਦੇ ਹਨ ਜਦ ਕਿ ਇੱਕ ਬਹੁਤ ਸ਼ਰਾਰਤੀ ਵਿਦਿਆਰਥੀ ਜੋ ਜਮਾਤ ਵਿੱਚ ਪਰੇਸ਼ਾਨੀ ਪੈਦਾ ਕਰਦਾ ਹੈ ਉਸਨੂੰ ਨੀਵਾਂ ਗ੍ਰੇਡ ਮਿਲਦਾ ਹੈ। ਇਹ ਕਿਸ ਦੀ ਉਦਾਹਰਨ ਹੈ? ਇਹ ਆਪਾਂ ਦੇਖਣਾ। ਓਕੇ, a very pleasant student who seems to work hard and creates little problem may be given the benefit of double ਜਾਨੇ ਕਿ higher grade than deserved, whereas a very troubling student who creates trouble in class may be given a lower grade. This is an example of। ਤਾਂ ਇਸ ਨੂੰ ਆਪਾਂ
किस दी उदाहरण मन्नांगे? ऑप्शंस ने अपने कोले प्रत्याशा सिद्धांत, याद संबंधी, अध्यापक की स्थिति ते योग्यता का प्रभाव। इसनों आपां की कहांगे? जो एक खुश मिजाज बच्चा आ ते क्लास च तंग परेशान घट करदा टीचर नूं, जिस करके ते उसनूं उसदा फायदा भी हुंदा आ, उसनूं ग्रेड उच्चा मिलदा आ, ज़्यादा हाई ग्रेड मिलदा आ, जो उसनूं ਵੱਧ ਪ੍ਰਾਪਤ ਹੁੰਦੇ ਹਨ। ਓਕੇ, ਨੈਕਸਟ ਕੀ ਆ? ਇੱਕ ਸ਼ਰਾਰਤੀ ਬੱਚਾ ਆ ਜੋ ਕਿ ਜਮਾਤ ਵਿੱਚ ਜ਼ਿਆਦਾ ਤੰਗ ਪਰੇਸ਼ਾਨੀ ਕਰਦਾ ਤੇ ਉਸ ਨੂੰ ਨੀਵਾਂ ਗ੍ਰੇਡ ਮਿਲਦਾ ਹੈ, ਤਾਂ ਉਹ ਕੀ ਆ? ਡਿਜ਼ਰਵ ਆ। ਡਿਜ਼ਰਵ ਕੀ ਕਰ ਰਿਹਾ ਬੱਚਾ? ਓਕੇ, ਉਹਦੀ ਯੋਗਤਾ ਕੀ ਆ? ਓਕੇ, ਇਹ ਹੋਏਗਾ ਉੱਥੇ, ਜਾਨੇ ਕਿ ਆਪਸ਼ਨ ਨੰਬਰ ਡੀ, ਯੋਗਤਾ ਦਾ ਪ੍ਰਭਾਵ, ਹੈਲੋ ਇਫੈਕਟ। ਓਕੇ, ਆਪਸ਼ਨ ਨੰਬਰ ਡੀ ਇੱਥੇ ਬਿਲਕੁਲ ਕਰੈਕਟ ਹੈ। क्वेश्चन नंबर 22, कॉलवर्ग ਦੀ नैतिक ਕਾਰਨਾਂ ਦੀ ਵਿਚਾਰਧਾਰਾ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਹੀ ਜੋੜ ਹੈ? ਅਕੋਰਡਿੰਗ ਟੂ ਕॉलवर्ग ਥਿਊਰੀ of moral reasoning theory ਹੈ ਜਿਹੜੀ ਕॉलवर्ग ਦੀ, which of the following is correctly matched? ਆਪਾਂ ਦੇਖਾਂਗੇ ਜੋ ਆਪਸ਼ਨ ਨੇ ਉਹਨਾਂ ਚੋਂ ਬਿਲਕੁਲ correct matched ਕੀ ਹੈ। ਓਕੇ, ਤਾਂ ਕੀ ਆਏਗਾ? ਉਹਨੇ 3 ਆਪਾਂ ਨੂੰ ਦਿੱਤੀਆਂ ਸੀਗੀਆਂ, ਕਨਵੈਨਸ਼ਨਲ ਮੋਰਲ ਰੀਜ਼ਨਿੰਗ ਸੀ, ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਸੀ ਐਂਡ ਪੋਸਟ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਸੀ। ਓਕੇ, ਜਿਸ ਵਿੱਚ ਸੀਗੀਆਂ 2 ਟਾਈਪ ਸੀਗੀਆਂ ਆਪਣੀਆਂ। ਫਸਟ ਕੀ ਦਿੱਤੀ ਹੈ ਇਹਦੇ ਵਿੱਚ ਆਪਾਂ ਨੂੰ? ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਦੇ ਵਿੱਚ ਕੀ ਹੈ? ਗੁੱਡ ਬॉय ਨਾਈਸ ਗਰਲ ਓਰੀਐਂਟੇਸ਼ਨ। ਨੈਕਸਟ ਹੈਗੀ ਆ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਲਾਅ ਐਂਡ ਆਰਡਰ ਓਰੀਐਂਟੇਸ਼ਨ। ਨੈਕਸਟ ਹੈਗੀ ਆ ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਸੋਸ਼ਲ ਕੰਟਰੈਕਟ ਐਂਡ ਓਰੀਐਂਟੇਸ਼ਨ। ਨੈਕਸਟ ਹੈ ਗਿਆ ਪੋਸਟ ਕਨਵੈਨਸ਼ਨਲ ਮੋਰਲ ਰੀਜ਼ਨਿੰਗ, ਜਾਨੇ ਕਿ ਪਨਿਸ਼ਮੈਂਟ ਓਬੀਡੀਐਂਸ ਓਰੀਐਂਟੇਸ਼ਨ। ਜਿਹੜੀ ਕਿ ਪਨਿਸ਼ਮੈਂਟ ਵਗੈਰਾ ਆ ਉਹ ਆਪਣੀ ਪ੍ਰੀ ਦੇ ਵਿੱਚ ਆਉਂਦੀ ਹੈ ਜਦੋਂ ਕਿ। ਓਕੇ, ਤਾਂ ਮੈਚਿੰਗ ਦੇਖਣਾ ਆ। ਜਿਨ੍ਹਾਂ ਨੇ ਉਹ ਬਿਲਕੁਲ ਥਿਊਰੀ ਪੜ੍ਹੀ ਹੋਏਗੀ ਉਹਨਾਂ ਨੂੰ ਤਾਂ ਆਪਸ਼ਨ ਸਮਝ ਆ ਜਾਏਗੀ ਕਿ ਕਿਹੜੀ ਸਹੀ ਆ, ਕਿਸ ਵਿੱਚ ਉਹਨੇ ਕਿਸ ਚੀਜ਼ ਦੀ ਗੱਲ ਕਰੀ ਆ। ਸੋ ਆਪਣੇ ਕੋਲ ਆਪਸ਼ਨ ਨੰਬਰ ਬੀ 22 ਦਾ ਬੀ, ਰਵਾਇਤੀ ਨੈਤਿਕ ਤਰਕ ਕਨਵੈਨਸ਼ਨਲ ਮੋਰਲ ਰੀਜ਼ਨਿੰਗ, ਆਪਸ਼ਨ ਨੰਬਰ ਬੀ ਕਰੈਕਟ ਹੈ ਇੱਥੇ। ਜਿਸ ਵਿੱਚ ਕੀ ਕਹਿੰਦਾ ਸੀ ਉਹ ਕਿ ਬੱਚਾ ਕਿਸੇ ਡਰ ਕਾਰਨ ਜਾਂ ਕਿੱਦਾਂ ਵੀ ਕਾਨੂੰਨ ਨੂੰ ਮੰਨਣ ਸੰਬੰਧੀ ਜਾਣਕਾਰੀ। ਓਕੇ, ਉਸ ਵਿੱਚ ਕਾਨੂੰਨ ਅਤੇ ਲਾਅ ਤੇ ਆਰਡਰ ਨੂੰ ਫੋਲੋ ਕਰਦਾ ਹੈ ਜਿਸ ਵਿੱਚ ਬੱਚਾ। ਓਕੇ, ਬੀ ਆਪਸ਼ਨ ਇੱਥੇ ਬਿਲਕੁਲ ਕਰੈਕਟ ਹੈ। ਕੁਐਸਚਨ ਨੰਬਰ 23, ਸੰਸਕ੍ਰਿਤਿਕ ਸੰਬੰਧਾਂ ਬਾਰੇ ਸਿੱਖਿਆ ਸ਼ਾਸਤਰ ਨੂੰ ਇਹਨਾਂ ਵਿੱਚੋਂ ਕਿਹੜੀ ਰਣਨੀਤੀ ਨਾਲ ਜੋੜ ਸਕਦੇ ਹਾਂ? which of the following strategies you should associate with culturally relevant teaching? ਤਾਂ ਕੀ ਆਏਗਾ? ਸੰਸਕ੍ਰਿਤ ਸੰਬੰਧਾਂ ਬਾਰੇ ਸਿੱਖਿਆ ਸ਼ਾਸਤਰ ਨੂੰ ਕਿਹੜੀ ਰਣਨੀਤੀ, ਜੋ ਆਪਸ਼ਨਸ ਨੇ ਇਹ ਚੋਂ ਦੇਖਾਂਗੇ ਕਿ ਕਿਸ ਨਾਲ ਜੋੜ ਸਕਦੇ ਹਾਂ ਜਿਸ ਨਾਲ ਇਸ ਦਾ ਵਿਕਾਸ ਹੋਵੇ। ਓਕੇ, ਫਸਟ ਹੈਗਾ ਐਕਟੀਵਿਟੀ ਤੇ ਪ੍ਰੋਜੈਕਟ ਦਾ ਇਸਤੇਮਾਲ ਨਾ ਕਰੋ। ਡੂ ਨਾਟ ਯੂਜ਼ ਐਕਟੀਵਿਟੀ ਐਂਡ ਪ੍ਰੋਜੈਕਟਸ, ਜਾਨੇ ਕਿ ਅੱਜ ਕੱਲ੍ਹ ਤਾਂ ਆਪਾਂ ਸਮਾਰਟ ਕਲਾਸਿਸ ਦੇ ਰਹੇ ਹਾਂ ਬੱਚਿਆਂ ਨੂੰ ਇਸ ਨਾਲ ਜੋੜਨ ਲਈ। ਓਕੇ, ਤੇ ਇਹ ਕਹਿ ਰਹੇ ਨੇ ਕਿ ਇਸ ਦਾ ਇਸਤੇਮਾਲ ਹੀ ਨਾ ਕਰੋ, ਸੋ ਇਹ ਤਾਂ ਆਪਣਾ ਨਹੀਂ ਹੋਏਗਾ। ਨੈਕਸਟ ਹੈਗਾ ਚਰਚਾ ਜਾਂਚ ਸੰਪਰਕ ਦੇ ਦੌਰਾਨ ਬੱਚਿਆਂ ਦੇ ਵਰਤਾਓ ਨੂੰ ਸਹੀ ਤਰਕ ਤੇ ਰੱਖਣਾ। ਅੱਜ ਕੀ ਹੈ, ਹੁਣ ਦੇ ਸਮੇਂ 'ਚ ਹੈਗੀ ਆ ਪਹਿਲਾਂ ਸੀਗੀ ਟੀਚਰ ਸੈਂਟਰਡ ਐਜੂਕੇਸ਼ਨ ਸੀ, ਬਟ ਹੁਣ ਕੀ ਹੈ ਚਾਈਲਡ ਸੈਂਟਰਡ ਐਜੂਕੇਸ਼ਨ। ਓਕੇ, ਜਿੱਥੇ ਵੀ ਬੱਚਿਆਂ ਨੂੰ ਕਿਹਾ ਜਾਏਗਾ ਕਿ ਇਦਾਂ ਉਹਨਾਂ ਦੇ ਨਿਰਪੱਖ ਪੱਖ 'ਚ ਗੱਲ ਨਹੀਂ ਹੈਗੀ ਤਾਂ ਉਹਨੂੰ ਆਪਾਂ ਰਿਜੈਕਟ ਕਰ ਦਾਂਗੇ। ਠੀਕ ਹੈ, ਤਾਂ ਇਹ ਵੀ ਨਹੀਂ ਹੋਏਗਾ। ਨੈਕਸਟ ਹੈਗਾ ਸਮਾਜਿਕ ਬਰਾਬਰਤਾ ਬਾਰੇ ਸਹਿਯੋਗ ਵਧਾਉਣ ਲਈ ਵੱਖਰੇ ਸਮੂਹ ਬਣਾਉਣ ਉੱਤੇ ਪ੍ਰਯੋਗ ਕਰੋ। ਸਮਾਜਿਕ ਸਹਿਭਾਗਤਾ ਨੂੰ ਨਜ਼ਰਅੰਦਾਜ਼, ਆ ਕਹਿੰਦੇ ਸਮਾਜਿਕ ਫੋਰਥ ਹੈਗਾ ਆਪਣੇ ਕੋਲ ਸਮਾਜਿਕ ਸਹਿਭਾਗਤਾ ਨੂੰ ਨਜ਼ਰਅੰਦਾਜ਼ ਕਰੋ। ਕਮਿਊਨਿਟੀ ਪਾਰਟਿਸਿਪੇਸ਼ਨ ਸ਼ੁੱਡ ਬੀ ਅਵੋਇਡਡ, ਜਦਕਿ ਸਮਾਜ ਦਾ ਤਾਂ ਇਸ ਵਿੱਚ ਸਭ ਤੋਂ ਜ਼ਿਆਦਾ ਰੋਲ ਹੁੰਦਾ ਹੈ ਤੇ ਉਹਨੂੰ ਇਹ ਕਹਿੰਦੇ ਨਜ਼ਰਅੰਦਾਜ਼ ਕਰੋ। ਓਕੇ, ਸੋ ਇਹ ਤਾਂ ਨਹੀਂ ਹੋਏਗਾ। ਆਪਸ਼ਨ ਨੰਬਰ ਸੀ ਇੱਥੇ ਪੋਜ਼ਿਟਿਵ ਆ, ਇਹਨੂੰ ਹੀ ਆਪਾਂ ਇਹੀ ਆਨਸਰ ਹੋਏਗਾ ਆਪਣਾ, ਜਾਨੇ ਕਿ ਐਕਸਪੈਰੀਮੈਂਟ ਵਿਦ ਡਿਫਰੈਂਟ ਗਰੁੱਪਿੰਗ ਅਰੇਂਜਮੈਂਟ ਟੂ ਐਨਕਰੇਜ ਸੋਸ਼ਲ ਹਾਰਮੋਨੀ ਐਂਡ ਕੋਆਪਰੇਸ਼ਨ। ਓਕੇ, ਸਮਾਜਿਕ ਬਰਾਬਰਤਾ ਬਾਰੇ ਸਹਿਯੋਗ ਬਣਾਉਣ ਲਈ, ਸਮਾਜ ਨੂੰ ਬਰਾਬਰ ਕਿਵੇਂ ਰੱਖਣਾ ਆ ਬਾਰੇ ਸਹਿਯੋਗ ਵਧਾਉਣ ਲਈ ਵੱਖਰੇ ਸਮੂਹ ਬਣਾਉਣ ਉੱਤੇ ਪ੍ਰਯੋਗ ਕਰਨਾ ਚਾਹੀਦਾ ਆਪਾਂ ਨੂੰ। ਓਕੇ, ਨੈਕਸਟ 24 ਕੁਐਸਚਨ, ਰੈਂਜਲੀ ਤੇ ਰੀਸ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜੇ ਗੁਣ ਉਹਨਾਂ ਲੋਕਾਂ ਨਾਲ ਜੋੜੇ ਜਾ ਸਕਦੇ ਹਨ ਜਿਹੜੇ ਕਿ ਕੁਦਰਤ ਵੱਲੋਂ ਵਰਦਾਨ ਹੁੰਦੇ ਹਨ, ਜਾਨੇ ਕਿ ਗਿਫਟਡ ਹੁੰਦੇ ਹਨ। ਓਕੇ, according to Ranjali and Rees, following set of characteristics can be associated with people who are gifted. ਜਿਹੜੇ people gifted ਨੇ ਉਹਨਾਂ ਵਿੱਚ ਕਿਹੜੇ ਗੁਣ ਹੋਣਗੇ, ਕਿਹੜੇ characteristics ਹੋਣਗੇ। ਓਕੇ, ਇਹ ਦੇਖਾਂਗੇ ਆਪਾਂ ਆਪਸ਼ਨਸ ਨੇ।
ਤਾਂ ਉਹਨਾਂ ਵਿੱਚ ਜੋ ਵੀ ਹੋਏਗਾ ਪੋਜ਼ਿਟਿਵ ਹੋਏਗਾ ਸਾਰਾ। ਓਕੇ, ਨੈਗੇਟਿਵਿਟੀ ਕੁਝ ਨਹੀਂ ਹੋਏਗਾ। ਹਾਂ, ਜੋ ਲੋਕ ਲਗਾਤਾਰ ਕੰਮ ਕਰਦੇ ਹਨ, ਹਾਂ ਲਗਾਤਾਰ ਕੰਮ ਕਰਦੇ ਹਨ, ਜਿਨ੍ਹਾਂ ਦੀ ਉਤਸ਼ਾਹ ਸ਼ਕਤੀ ਬੜੀ ਘੱਟ ਹੁੰਦੀ ਹੈ, ਉਹਨਾਂ ਦੀ ਉਤਸ਼ਾਹ ਸ਼ਕਤੀ ਘੱਟ ਹੁੰਦੀ ਹੈ, ਉਹ ਗਿਫਟਡ ਨਹੀਂ ਹੋ ਸਕਦੇ। ਓਕੇ, ਜਿਨ੍ਹਾਂ ਦੇ ਕੋਲ ਉਪਯੋਗੀ ਵਿਚਾਰ ਹੁੰਦੇ ਹਨ, ਸਹੀ ਹੈ, ਲੇਕਿਨ ਇੱਥੇ ਇੱਕ ਚੀਜ਼ ਘੱਟ ਹੁੰਦੀ ਹੈ, ਇਹ ਨੈਗੇਟਿਵ ਹੋ ਗਿਆ ਨਾ। ਨੈਕਸਟ ਦੇਖਦੇ ਹਾਂ, ਜੋ ਕਿ ਲਗਾਤਾਰ ਕੰਮ ਕਰਦੇ ਹਨ, ਜਿਨ੍ਹਾਂ ਦੀ ਉਤਸ਼ਾਹ ਸ਼ਕਤੀ ਬਹੁਤ ਵੱਧ ਹੁੰਦੀ ਹੈ, ਜਿਨ੍ਹਾਂ ਕੋਲ ਉਪਯੋਗੀ ਵਿਚਾਰ ਹੁੰਦੇ ਹਨ। ਨੈਕਸਟ, ਜੋ ਕਿ ਲਗਾਤਾਰ ਕੰਮ ਕਰਦੇ ਹਨ, ਜਿਨ੍ਹਾਂ ਦੀ ਉਕਸਾਹਟ ਸ਼ਕਤੀ ਘੱਟ ਹੁੰਦੀ ਹੈ, ਜੋ ਕਿ ਬਹੁਤ ਸਿਰਜਣਾਤਮਕ ਹੁੰਦੇ ਹਨ। ਇਹਦੇ ਵਿੱਚ ਵੀ ਆਇਆ ਆਪਣਾ ਘੱਟ ਹੁੰਦੀ ਹੈ, ਠੀਕ ਹੈ। ਨੈਕਸਟ, ਜੋ ਲਗਾਤਾਰ ਕੰਮ ਕਰਦੇ ਹਨ, ਜਿਨ੍ਹਾਂ ਦੀ ਉਕਸਾਹਟ ਸ਼ਕਤੀ ਵੱਧ ਹੁੰਦੀ ਹੈ, ਬਹੁਤ ਸਿਰਜਣਾਤਮਕ ਹੁੰਦੇ ਹਨ। ਆਪਸ਼ਨ ਨੰਬਰ ਡੀ। ਓਕੇ, ਆਪਸ਼ਨ ਨੰਬਰ ਡੀ, ਜਾਣੇ ਕਿ ਉਹ ਕੀ ਨੇ, ਕ੍ਰੀਏਟਿਵ। ਓਕੇ, who are persistent with high motivation, creative। okay, ਇੱਥੇ ਸੀਗਾ ਦੇਖੋ ਆਪਸ਼ਨ ਨੰਬਰ ਬੀ ਆਪਣਾ ਸਹੀ ਸੀ, ਫਸਟ ਟੂ ਆਪਸ਼ਨਸ। ਸੈਕਿੰਡ, ਥਰਡ ਇਜ਼ ਵਿਦ ਯੂਜ਼ੁਅਲ ਆਈਡੀਆਜ਼, ਆਈਡੀਆਜ਼ ਹੁੰਦੇ ਨੇ। ਓਕੇ, ਸੋ ਆਈਡੀਆ ਨਾਲੋਂ ਬੈਸਟ ਕੀ ਆਪਣਾ ਕ੍ਰੀਏਟਿਵਿਟੀ, ਕ੍ਰੀਏਟਿਵ ਹੋਣਾ। ਓਕੇ, ਸੋ ਆਪਸ਼ਨ ਡੀ, ਸੋ ਆਪਾਂ ਨੇ ਤਾਂ ਬੈਸਟ ਚੂਜ਼ ਕਰਨੀ ਆ, ਠੀਕ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਚ ਉਦਾਂ ਹੀ ਲਿਖਿਆ ਹੈ ਉਹਨਾਂ ਨੇ, ਹਾਂ, ਜਿਨ੍ਹਾਂ ਕੋਲ ਉਪਯੋਗੀ ਵਿਚਾਰ ਹੁੰਦੇ ਹਨ। ਅਗਰ ਤੁਹਾਨੂੰ ਕੁਝ ਹੱਦ ਤੱਕ ਨਹੀਂ ਸਮਝ ਆਉਂਦਾ ਤਾਂ ਤੁਸੀਂ ਇੱਕ ਵਾਰ ਇੰਗਲਿਸ਼ ਵਿੱਚ ਜ਼ਰੂਰ ਰੀਡ ਕਰਨਾ ਹੈ ਕੁਐਸਚਨ ਨੂੰ, ਠੀਕ ਹੈ। ਸੋ ਕੁਝ ਵਰਡ ਇਦਾਂ ਦੇ ਹੁੰਦੇ ਆ ਜੋ ਆਪਾਂ ਨੂੰ ਪੰਜਾਬੀ 'ਚ ਆਪਾਂ ਅੰਡਰਸਟੈਂਡ ਨਹੀਂ ਕਰ ਸਕਦੇ, ਸੋ ਉਹਨਾਂ ਨੂੰ ਇੰਗਲਿਸ਼ ਵਿੱਚ ਇੱਕ ਵਾਰੀ ਕੁਐਸਚਨ ਨੂੰ ਜ਼ਰੂਰ ਰੀਡ ਕਰਨਾ ਆ। ਸੋ ਬੈਸਟ ਆਪਸ਼ਨ ਆਪਾਂ ਨੂੰ ਕਈ ਵਾਰੀ ਉੱਥੋਂ ਮਿਲ ਜਾਂਦੀ ਹੈ। ਓਕੇ, ਕੁਐਸਚਨ ਨੰਬਰ 25 ਕੀ ਆਏਗਾ, ਰਾਸ਼ਟਰੀ ਪਾਠਕ੍ਰਮ ਢਾਂਚੇ ਦੀ ਸਿੱਖਿਆ ਦੇ ਪੋਜੀਸ਼ਨ ਪੇਪਰ ਦੇ ਅਨੁਸਾਰ ਜ਼ਰੂਰਤਾਂ ਸਿੱਧਾ ਇਹਨਾਂ ਵਿੱਚੋਂ ਕਿਹੜੇ ਬੱਚਿਆਂ ਦੇ ਸਮਾਵੇਸ਼ਨ ਦੇ ਲਾਭ ਨਾਲ ਜੋੜੇ ਜਾ ਸਕਦੇ ਹਨ। According to National Curriculum Framework Position Paper on Education of Special Needs, following can be directly associated with benefits of inclusion for students। ਜਾਣੇ ਕਿ ਜੋ ਰਾਸ਼ਟਰੀ ਪਾਠਕ੍ਰਮ ਹੁੰਦਾ ਆਪਣਾ, ਉਹਦਾ ਢਾਂਚਾ ਹੁੰਦਾ ਕਰਿਕੂਲਮ ਦਾ, ਸਿੱਖਿਆ ਦਾ, ਦੇ ਪੋਜੀਸ਼ਨ ਪੇਪਰ ਦੇ ਅਨੁਸਾਰ ਜ਼ਰੂਰਤਾਂ ਇਹਨਾਂ ਵਿੱਚੋਂ ਕਿਹੜੇ ਬੱਚਿਆਂ ਦੇ ਸਮਾਵੇਸ਼ਨ ਨਾਲ ਲਾਭ ਨਾਲ ਜੋੜੇ ਸਕਦੇ ਆ, ਮੀਨਸ ਕਿਸ ਦੇ ਅਕੋਰਡਿੰਗ ਬਣਾਇਆ ਜਾਣਾ ਚਾਹੀਦਾ ਆ। ਓਕੇ, ਕੀ ਆਏਗਾ, ਆਪਸ਼ਨਸ ਦੇਖਦੇ ਆ। ਆਪਣਾ ਸਾਰਾ ਸਕੂਲ ਦਾ ਸਮਾਂ ਉਹਨਾਂ ਬੱਚਿਆਂ ਨਾਲ ਬਿਤਾਉਣਾ ਜੋ ਵੱਖਰੀਆਂ ਯੋਗਤਾਵਾਂ ਵਾਲੇ ਹਨ ਅਤੇ ਉਹਨਾਂ ਨੂੰ ਕਾਫੀ ਸਾਰੇ ਸਮਾਜਿਕ ਮੇਲ ਜੋਲ ਦੇ ਮੌਕੇ ਦੇਣਾ। ਆਪਾਂ ਕੀ ਦੇਖਣਾ ਹੈ ਇਹ 'ਚ, ਜੋ ਸਪੈਸ਼ਲ ਨੀਡਸ ਬੱਚੇ ਨੇ ਉਹਨਾਂ ਦੇ ਅਕੋਰਡਿੰਗ, ਓਕੇ, ਜੋ ਕਿ ਅਲੱਗ ਪ੍ਰਬੰਧ ਵਿੱਚ ਮੌਜੂਦ ਨਾ ਹੋਣ। ਨੈਕਸਟ ਦੇਖਦੇ ਹਾਂ, ਜਿਹੜੇ ਬੱਚਿਆਂ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਜਾਣੇ ਕਿ ਸਪੈਸ਼ਲ ਐਜੂਕੇਸ਼ਨ ਨੀਡਸ ਬੱਚੇ ਨੇ ਮੌਜੂਦ ਹੁੰਦਾ ਹੈ, ਉਹ ਵਰਤਾਓ ਦੇ ਚੰਗੇ ਮਾਡਲ ਨਹੀਂ ਹੁੰਦੇ। ਆਪਾਂ ਇਦਾਂ ਦਾ ਤਾਂ ਕੁਝ ਵੀ ਜੋ ਨੈਗੇਟਿਵ ਆਨਸਰ ਆ ਉਹਨੂੰ ਤਾਂ ਚੂਜ਼ ਹੀ ਨਹੀਂ ਕਰਨਾ, ਸੋ ਇਹ ਆਪਾਂ ਹਟਾ ਦੇਣਾ ਹੈ। ਥਰਡ ਦੇਖਦੇ ਹਾਂ, ਜਿਨ੍ਹਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਵਿੱਚ ਨਹੀਂ ਹੁੰਦਾ ਉਹਨਾਂ ਨੂੰ ਸਹਿਣ ਸ਼ਕਤੀ ਤੇ ਇਨਸਾਨੀ ਵਿਰਲਾਪਨ ਦੇ ਬਾਰੇ ਦੱਸਣਾ ਮੁਸ਼ਕਿਲ ਹੁੰਦਾ ਹੈ। ਇਦਾਂ ਦਾ ਵੀ ਕੁਝ ਨਹੀਂ ਹੁੰਦਾ ਕਿ ਉਹਨਾਂ ਦੀ ਅੰਡਰਸਟੈਂਡਿੰਗ ਨਹੀਂ ਹੁੰਦੀ। ਓਕੇ, ਕਿ ਉਹਨਾਂ ਨੂੰ ਕੁਝ ਵੀ ਦੱਸਣਾ ਮੁਸ਼ਕਿਲ ਹੁੰਦਾ ਆ। ਕਈ ਬੱਚੇ ਇਦਾਂ ਦੇ ਹੁੰਦੇ ਆ ਜੋ ਈਜ਼ੀਲੀ ਸਮਝ ਲੈਂਦੇ ਆ, ਕੈਚ ਕਰਦੇ ਆ। ਓਕੇ, ਸੋ ਇਹ ਵੀ ਆਪਣਾ ਨਹੀਂ ਹੋਏਗਾ। ਡੀ ਹੈਗਾ ਆ ਸਮਾਵੇਸ਼ ਸੰਬੰਧੀ ਮੌਕੇ, ਆਪਸੀ ਗੱਲਬਾਤ ਦੇ ਮੌਕੇ ਨੂੰ ਘੱਟ ਕਰਨਾ। ਇਹ ਵੀ ਸਮਾਵੇਸ਼ ਸੰਬੰਧੀ ਕਿ ਇਹਨੂੰ ਕੀ ਕਹਿੰਦੇ ਆ ਆਪਾਂ, ਕਿ ਆਪਸੀ ਗੱਲਬਾਤ ਘੱਟ ਕਰਨਾ, ਇਹ ਵੀ ਰੋਂਗ ਹੈ। ਸੋ ਆਪਸ਼ਨ ਏ ਜੋ ਆਪਣਾ ਹੈ ਉਹ ਬਿਲਕੁਲ ਸਹੀ ਹੈ। ਆਪਣਾ ਸਾਰਾ ਸਕੂਲ ਦਾ ਸਮਾਂ ਉਹਨਾਂ ਬੱਚਿਆਂ ਨਾਲ ਬਿਤਾਉਣਾ ਜੋ ਵੱਖਰੀਆਂ ਯੋਗਤਾਵਾਂ ਵਾਲੇ ਹਨ ਅਤੇ ਉਹਨਾਂ ਨੂੰ ਕਾਫੀ ਸਾਰੇ ਸਮਾਜਿਕ ਮੇਲਜੋਲ ਦੇ ਮੌਕੇ ਮਿਲਣੇ ਚਾਹੀਦੇ ਹਨ ਤੇ ਉਹਨਾਂ ਦਾ ਇੱਕ ਪ੍ਰਬੰਧ ਮੌਜੂਦ ਹੋਣਾ ਚਾਹੀਦਾ ਹੈ। ਓਕੇ, ਕੁਐਸਚਨ ਨੰਬਰ 26 ਕੀ ਹੈ? ਕੁਐਸਚਨ ਨੰਬਰ 26, ਆਪਣੇ ਇੱਕ ਅਧਿਐਨ ਦੇ ਦੌਰਾਨ ਇਲੈਨੋਰ ਗਿਬਸਨ ਅਤੇ ਰਿਚਰਡ ਵਾਕ ਨੇ 1960 ਵਿੱਚ ਬੱਚਿਆਂ ਲਈ ਇੱਕ ਦੇਖਣਯੋਗ ਚਟਾਨ ਤਿਆਰ ਕੀਤੀ, ਜਿਸ ਵਿੱਚ ਇਹ ਦੱਸਿਆ ਕਿ ਬਹੁਤ ਛੋਟੇ ਬੱਚਿਆਂ ਦੇ ਕੋਲੋਂ ਕੋਈ ਵਸਤੂ, ਕਿ ਬਹੁਤ ਛੋਟੇ ਬੱਚਿਆਂ ਅਗਰ ਉਹਨਾਂ ਕੋਲੋਂ ਵਸਤੂ ਬਹੁਤ ਦੂਰ ਰੱਖ ਦਿੱਤੀ ਜਾਵੇ ਤਾਂ ਉਸ ਵਸਤੂ ਦੀ ਦੂਰੀ ਦਾ ਅਨੁਮਾਨ ਲਾਉਣ ਦੀ ਯੋਗਤਾ ਉਹਨਾਂ ਬੱਚਿਆਂ ਵਿੱਚ ਹੁੰਦੀ ਹੈ ਕਿ ਉਹ ਉਹਨਾਂ ਦੀ ਦੂਰੀ ਦਾ ਅਨੁਮਾਨ ਲਗਾ ਸਕਦੇ ਨੇ ਛੋਟੇ ਬੱਚੇ। ਇਹ ਯੋਗਤਾ ਜੋ ਕਿ ਇਹਨਾਂ ਬਹੁਤ ਛੋਟੇ ਬੱਚਿਆਂ ਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਮਝਣ ਤੇ ਕਿਰਿਆਤਮਕਤਾ ਦਾ ਮਾਰਗਦਰਸ਼ਨ ਕਰਦੀ ਹੈ।
ये की है, ਇਹਨੂੰ ਕੀ ਕਹਾਂਗੇ, ਕਿਹੜੀ ਸਮਝ ਕਹਾਂਗੇ। ओके, नंबर ए दूरी संबंधी समझ, नैक्सट दृष्टि की तीखणता, गहरी समझ, दृष्टि भेदभाव। तो इनू आपां की कहांगे, गहरी समझ जाने के सी ऑप्शन डेप्थ परसैप्शन। ओके, ऑप्शन नंबर सी। कोई भी आपां काम करते हैं, छोटा बच्चा करता है, कुछ भी कोई बड़ा बंदा करता है, ओके, सो अपनी समझ लगाउंदा है वो। ओके, तो उन्होंने की कहांगे, गहरी समझ। क्वेश्चन नंबर 27, एक प्री स्कूल का विद्यार्थी चिड़ियाघर विच ਜ਼ੈਬਰਾ ਨੂੰ ਵੇਖ ਕੇ ਉਸਨੂੰ ਘੋੜਾ ਬੁਲਾਉਂਦਾ ਹੈ। ਹੇਠਾਂ ਲਿਖਿਆਂ ਵਿੱਚੋਂ ਉਸਨੇ ਕਿਹੜੀ ਵਿਧੀ ਦੀ ਵਰਤੋਂ ਕੀਤੀ। A preschool child after seeing a zebra at the zoo calls out horse मीनस ਉਹ ਇੱਕ ਜ਼ੀਬਰਾ ਨੂੰ ਵੇਖ ਕੇ ਕੀ ਕਹਿੰਦਾ ਆ ਕਿ ਉਹ ਇੱਕ ਘੋੜਾ ਆ। ਓਕੇ, ਵਿਚ ਆਫ ਦ ਫੋਲੋਇੰਗ ਪ੍ਰੋਸੈਸ ਹੀ ਇਜ਼ ਯੂਜ਼ਿੰਗ मीनस ਉਹਨੇ ਕਿਹੜੀ ਸਮਝ ਦੀ ਯੂਜ਼ ਕੀਤਾ ਆਪਣਾ। ਓਕੇ, ਕਿਹੜੀ ਵਿਧੀ ਦੀ ਵਰਤੋਂ ਕੀਤੀ ਉਹ ਦੇਖਾਂਗੇ ਆਪਾਂ। ਅਕੋਮੋਡੇਸ਼ਨ, ਅਸੀਮੀਲੇਸ਼ਨ, ਆਰਗੇਨਾਈਜੇਸ਼ਨ, ਸੀਰੀਏਸ਼ਨ, ਜਾने कि समायोजन, घुल मिल जाना, संगठन, श्रेणीबद्धता। ओके, ਤਾਂ ਉਹ ਆਪਣੀ ਇੱਕ ਪ੍ਰੀ ਕਨਸੈਪਟ ਆ ਉਹਦਾ। ਪਹਿਲਾਂ ਉਹਨੇ ਘੋੜੇ ਨੂੰ ਦੇਖਿਆ ਤੇ ਉਹਨੂੰ ਪਤਾ ਚੱਲ ਗਿਆ ਕਿ ਇਹ ਘੋੜਾ ਆ। ਓਕੇ, ਫਿਰ ਉਹਨੇ ਜ਼ਿਬਰਾ ਨੂੰ ਦੇਖਿਆ ਤਾਂ ਉਹਨੂੰ ਲੱਗਿਆ ਕਿ ਇਹ ਵੀ ਘੋੜਾ ਹੀ ਹੈ। ਓਕੇ, ਉਹਨੂੰ ਨਹੀਂ ਪਤਾ ਕਿ ਇਹ ਕਿਸ ਕੈਟਾਗਰੀ 'ਚ ਆ, ਕੌਣ ਹੈ। ਓਕੇ, ਸੋ ਉਹਨੇ ਆਪਣੀ ਜੋ ਪ੍ਰੀ ਕਨਸੈਪਟ ਸੀ, ਪਹਿਲਾਂ ਵਾਲੀ ਸਮਝ ਸੀ, ਉਹਨੂੰ ਯੂਜ਼ ਕਰਕੇ ਇੱਕ ਨਿਊ ਕਨਸੈਪਟ ਬਣਾਇਆ ਤੇ ਉਹਨੂੰ ਲੱਗਿਆ ਕਿ ਇਹ ਵੀ ਸੇਮ ਹੀ ਆ। ਸੋ ਉਹਨੂੰ ਆਪਾਂ ਕੀ ਕਹਾਂਗੇ, ਅਸੀਮੀਲੇਸ਼ਨ। ਆਪਸ਼ਨ ਨੰਬਰ ਬੀ ਇੱਥੇ ਆਪਣਾ ਕਰੈਕਟ ਹੈ, जाने के कुल में जाना। ऑप्शन नंबर बी इज करेक्ट हियर। ओके, 28 क्वेश्चन, दो कार्यकारी तरीके जो कि एक बच्चे नूं सही ढंग नाल चुनना ते अपनाउण लई तैयार करदे हन। किहड़े दो इदां दे तरीके आ, ਉਹ देखने आपां। ओके, जाने कि चिल्ड्रन एक्वायर सिलेक्टिव अडेप्टेबल अटेंशन with the help of gains into components of executive function which are acquisition and inhibition strategies, planning and acquisition strategies, inhibition and attention strategies, planning and assimilation strategies। okay, ਦੋ ਕਾਰਜਕਾਰੀ ਤਰੀਕੇ ਕਿਹੜੇ ਨੇ ਜਿਹੜੇ ਇੱਕ ਬੱਚੇ ਨੂੰ ਸਹੀ ਢੰਗ ਨਾਲ ਚੁਣਨਾ ਤੇ ਅਪਣਾਉਣ, ਕੁਝ ਚੀਜ਼ ਨੂੰ ਅਪਣਾਉਣ ਲਈ ਤਿਆਰ ਕਰਦੇ ਨੇ। ਓਕੇ, ਕੁਝ ਅਡੈਪਟ ਕਰਨ ਲਈ ਤਿਆਰ ਕਰਦੇ ਨੇ। ਸੋ ਇਹਦੇ ਵਿੱਚ ਜੋ ਆਪਣਾ ਸਹੀ ਆਨਸਰ ਹੈ ਉਹ ਹੈਗਾ ਆ ਸੀ ਆਨਸਰ। ਓਕੇ, ਸੀ ਆਨਸਰ, ਜਾਣੇ ਕਿ ਇਨਹਿਬਿਟੇਸ਼ਨ ਐਂਡ ਅਟੈਂਸ਼ਨ ਸਟ੍ਰੈਟਜੀਜ਼। ਓਕੇ, ਇੱਥੋਂ ਦੇਖੋ ਤੁਸੀਂ ਨਾਮ ਤੋਂ ਵੀ ਦੇ ਸਕਦੇ ਹੋ, ਅਡੈਪਟੇਸ਼ਨ, ਅਟੈਂਸ਼ਨ। ਬੱਚੇ ਨੂੰ ਕੀ ਚਾਹੀਦੀ ਹੁੰਦੀ ਹੈ, ਇੱਕ ਅਟੈਂਸ਼ਨ ਚਾਹੀਦੀ ਆ। ਓਕੇ, ਸੋ ਅਟੈਂਸ਼ਨ ਸਟ੍ਰੈਟਜੀਜ਼। ਸੋ ਇੱਥੇ ਆਪਾਂ ਨੂੰ ਨਾਮ ਤੋਂ ਵੀ ਕਲੀਅਰ ਹੁੰਦਾ ਹੈ ਅਟੈਂਸ਼ਨ ਸਟ੍ਰੈਟਜੀਜ਼। ਓਕੇ, ਸੋ ਆਪਸ਼ਨ ਨੰਬਰ ਸੀ ਇਜ਼ ਕਰੈਕਟ। ਕੁਐਸਚਨ ਨੰਬਰ 29, ਜੋ ਕੋਈ ਬੱਚਾ ਨੇਮ ਤੇ ਸਿਧਾਂਤਾਂ ਨਾਲ ਕੋਈ ਨਿਰਣਾ ਲੈਂਦਾ ਹੈ, ਤਰਕ ਨਾਲ ਉਹ ਸਧਾਰਨ ਸਿਧਾਂਤ ਤੋਂ ਖਾਸ ਵੱਲ ਵੱਧਦਾ ਹੈ। ਮੀਨ ਸਧਾਰਨ ਸਿਧਾਂਤ ਤੋਂ ਖਾਸ ਵੱਲ ਵੱਧਦਾ ਹੈ, ਅਸੀਂ ਉਸਨੂੰ ਕੀ ਕਹਾਂਗੇ। If a child is able to draw conclusion by applying rules or principles, logically moving from general rule to principles to a specific solution, okay, we would say that ਇਹਨੂੰ ਆਪਾਂ ਕੀ ਕਹਾਂਗੇ, means rule to specific solution ਵੱਲ ਜਾਂਦਾ ਬੱਚਾ। ਓਕੇ, rule to example, ਸੋ ਆਪਾਂ ਉਹਨੂੰ ਕੀ ਕਹਿੰਦੇ ਆ, ਜਨਰਲ ਰੂਲ ਸੇ ਐਗਜ਼ਾਮਪਲ ਵੱਲ ਜਾਂਦਾ ਆ ਜਾਂ ਕੋਈ ਏਦਾਂ। ਓਕੇ, ਸੋ ਇਹਨੂੰ ਆਪਾਂ ਕੀ ਕਹਾਂਗੇ, डायरेक्ट मैथड ਜਾਂ डिडक्टिव रीजनिंग। ओके, ਇਹਨੂੰ ਆਪਾਂ ਕਹਾਂਗੇ डिडक्टिव रीजनिंग। सो ऑप्शंस देखते हैं, the child is able to apply deductive reasoning, the child is using assimilation, the child is able to apply inductive reasoning, the child is using analogies। यानी कि फर्स्ट की है, बच्चा निगनात्मक कारण लागू करने दे योग है, बच्चा अनुकूलता का इस्तेमाल करता है, बच्चा अगनात्मक कारण लागू करने दे योग है, बच्चा तुलना का इस्तेमाल करता है। सो ਇਹਦੇ ਵਿੱਚ ਉਹ डिडक्टिव रीजनिंग का इस्तेमाल कर रहा है, ਜਿਹੜਾ कि अपना ਹੁੰਦਾ ਆ जर्नल टू रूल ਵੱਲ ਜਾਣਾ। ओके,
जनरल रूल टू एग्जाम्पल वाल जाते हैं। जे एग्जाम्पल टू रूल वाल जाते हैं तो अपना इंट्रोडक्टिव मैथड होंदा है। सो इत्थे अपना रूल टू एग्जाम्पल है, सो इट इज अ डिडक्टिव। ओके, सो ऑप्शन नंबर ए, ऑप्शन नंबर ए करैक्ट है। हाँ जी, चलते हैं 30th क्वेश्चन ते। ਇਹ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ। ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿੱਥੋਂ ਤੁਹਾਨੂੰ ਹੋਰ ਵੀ ਇੰਪੋਰਟੈਂਟ ਵੀਡੀਓਜ਼ ਆਪਾਂ ਸ਼ੇਅਰ ਕਰਾਂਗੇ ਤੇ ਇੰਪੋਰਟੈਂਟ ਟੌਪਿਕਸ ਵੀ ਸ਼ੇਅਰ ਕਰਾਂਗੇ। ਓਕੇ, ਸੋ 30th ਕੁਐਸਚਨ ਹੈਗਾ ਆਪਣਾ, ਇਹਨਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਲਵਰਗ ਦੇ ਨੈਤਿਕ ਵਿਕਾਸ ਦੀ ਅਵਸਥਾ ਨਹੀਂ ਹੈ। ਹੁਣ ਦੇਖ ਸਕਦੇ ਹੋ ਤੁਸੀਂ ਨਹੀਂ ਹੈ। ਓਕੇ, ਮੈਂ बार बार यही चीज ते कह रही हूँ कि ध्यान रखना कितने नहीं, कई बार अपना एक नंबर खा जाता नहीं। ओके, विच ऑफ द फॉलोइंग इज नॉट कॉलवर्ग स्टेज ऑफ मॉरल डिवेलपमेंट। कौन सी केड़ियां स्टेजेस दित्तियां सी उन्हें? 3 स्टेजेस सीगियां। पहली सीगी अपनी प्री कन्वेंशनल, नैक्सट सीगी अपनी कन्वेंशनल एंड पोस्ट कन्वेंशनल। ओके, सो ऑप्शंस देखते हैं दे विच की है अपना प्री कन्वेंशनल मॉरल रीजनिंग, पोस्ट कन्वेंशनल मॉरल रीजनिंग, नैक्सट हैगी कन्वेंशनल मॉरल रीजनिंग, लास्ट हैगी न्यू कन्वेंशनल रीजनिंग। ये जिहड़ी कि उन्हें नहीं दिती, सो ऑप्शन नंबर जिहड़ा डी आ वो अपना इत्थे जिहड़ा उसने नहीं दिता, ये स्टेज नहीं हैगी, सो नहीं पूछा उन्होंने। ऑप्शन नंबर डी इत्थे अपना करैक्ट है। ओके, नवे रिवायती नैतिक तर्क जो उसने नहीं दिता। ओके, सो थैंक यू, थैंक्स फॉर वॉचिंग, बाय बाय।